पढ़ो, सुनो, देखो ਸਾਹਿਤ ਪਾਠ। ਨਾਨਕ ਸਿੰਘ ਨਾਵਲਕਾਰ ਦੁਆਰਾ ਰਚਿਤ ਨਾਵਲ ਇੱਕ ਮਿਆਨ ਦੋ ਤਲਵਾਰਾਂ ਦੇ ਤੀਜੇ ਭਾਗ ਦਾ ਇਹ 35ਵਾਂ ਕਾਂਡ। ਖਾਨ ਸਾਹਿਬ ਨੇ ਪਹਿਲੀ ਨਜ਼ਰੇ ਹੀ ਬਾਬਾ ਜੀ ਦੀ ਹਾਲਤ ਨੂੰ ਕਾਫੀ ਹੱਦ ਤੀਕ ਭਾਂਪ ਲਿਆ। ਅੱਜ ਤੋਂ ਹਫ਼ਤਾ ਪਹਿਲਾਂ ਵਾਲੇ ਤੇ ਅੱਜ ਵਾਲੇ ਬਾਬਾ ਜੀ ਵਿੱਚ ਉਸ ਨੂੰ 100 ਕੋਹਾਂ ਦਾ ਫਰਕ ਦਿਸ ਰਿਹਾ ਸੀ, ਜਿਸ ਦਾ ਫਲਰੂਪ ਅੱਜ ਖਾਨ ਸਾਹਿਬ ਦੇ ਵਤੀਰੇ ਵਿੱਚ ਪਹਿਲਾਂ ਨਾਲੋਂ ਵੀ ਕਿਤੇ ਵੱਧ ਕਠੋਰਤਾ ਆ ਗਈ। ਪਰ ਅੱਜ ਬਾਬਾ ਜੀ ਨੂੰ ਇਹ ਕਠੋਰਤਾ ਉਸ ਦਿਨ ਵਾਂਗ ਨਹੀਂ ਰੜਕੀ। ਅੱਜ ਉਹ ਖੁਦ ਹੀ ਆਪਣੇ ਆਪ ਨੂੰ ਸੋਢੀ ਸਾਹਿਬਜ਼ਾਦਾ ਦੀ ਬਜਾਏ ਇੱਕ ਹਕੀਰ ਜਿਹਾ ਮੁਲਜ਼ਮ ਮਹਿਸੂਸ ਕਰ ਰਹੇ ਸਨ। ਬਾਬਾ ਜੀ ਨੇ ਜਦ ਆਪਣੀ ਨਾਕਾਮੀ ਦਾ ਕਿੱਸਾ ਡਾਢੇ ਹੀ ਦਰਦ ਭਰੇ ਲਹਿਜੇ ਵਿੱਚ ਸੁਣਾਉਣਾ ਸ਼ੁਰੂ ਕੀਤਾ ਤਾਂ ਬੋਲਦਿਆਂ ਕਈ ਵੇਰਾਂ ਉਹਨਾਂ ਦੇ ਗਲੇਡੂ ਭਰ ਆਉਂਦੇ ਰਹੇ, ਜਿਨ੍ਹਾਂ ਵਿੱਚ ਰਹਿਮ ਦੀ ਜਾਚਨਾ ਸੀ ਤੇ ਆਪਣੀ ਨਿਰਦੋਸ਼ਤਾ ਦਾ ਵਿਖਾਵਾ ਸੀ। ਪਰ ਖਾਨ ਸਾਹਿਬ ਉੱਤੇ ਇਸ ਦਾ ਅਸਰ ਬਾਬਾ ਜੀ ਦੀ ਆਸ਼ਾ ਤੋਂ ਉਲਟ ਹੀ ਹੋਇਆ। ਕਾਨੂੰਨ ਬੇਲਚਕ ਚੀਜ਼ ਕਿਹਾ ਜਾਂਦਾ ਹੈ, ਪਰ ਕਾਨੂੰਨ ਦੇ ਮੁਹਾਫਿਜ਼ ਸ਼ਾਇਦ ਬੇਲਚਕ ਤੋਂ ਵੱਧ ਕੇ ਕੁਰਖਤ ਹੋ ਜਾਂਦੇ ਨੇ ਜਦੋਂ ਕੋਈ ਮੁਲਜ਼ਮ ਉਹਨਾਂ ਦੇ ਸਾਹਮਣੇ ਪੇਸ਼ ਹੋਵੇ। ਸਭ ਕੁਝ ਸੁਣ ਚੁੱਕਣ ਤੋਂ ਬਾਅਦ ਖਾਨ ਸਾਹਿਬ ਨੇ ਉਸੇ ਅਫਸਰਾਨਾ ਅੰਦਾਜ਼ ਵਿੱਚ ਕਿਹਾ, ਗੋਇਆ ਤੁਸੀਂ ਮੁਲਜ਼ਮ ਨੂੰ ਹਾਜ਼ਰ ਕਰਨ ਦੀ ਬਜਾਏ ਇਸ ਵੇਲੇ ਉਸ ਦੇ ਖਿਲਾਫ ਸ਼ਹਾਦਤ ਪੇਸ਼ ਕਰ ਰਹੇ ਹੋ ਕਿ ਵਾਕਿਆ ਹੀ ਉਹ ਛੋਕਰਾ ਬਾਗੀ ਹੈ। ਪਰ ਇਹ ਸਭ ਤਾਂ ਮੈਨੂੰ ਪਹਿਲਾਂ ਹੀ ਮਾਲੂਮ ਹੈ। ਹਜ਼ੂਰ, ਬਾਬਾ ਜੀ ਗਿੜਗੜਾਏ, ਜੇ ਮੇਰੇ ਵੱਸ ਵਿੱਚ ਹੁੰਦਾ ਤਾਂ ਮੈਂ ਉਸ ਬਦਜ਼ਾਤ ਨੂੰ ਫੜ ਕੇ ਨਹੀਂ ਬਲਕਿ ਘਸੀਟ ਕੇ ਆਪ ਦੇ ਕਦਮਾਂ ਵਿੱਚ ਲਿਆ ਸੁੱਟਦਾ। ਪਰ ਕੀ ਕਰਾਂ, ਮੇਰੀ ਕੋਈ ਪੇਸ਼ ਤੇ ਬਾਬਾ ਜੀ ਦੀ ਆਵਾਜ਼ ਭਰੜਾ ਗਈ। ਖਾਨ ਸਾਹਿਬ ਦੇ ਰੌਂ ਵਿੱਚ ਬਹੁਤਾ ਨਹੀਂ ਤਾਂ ਜੌਂ ਜਿੰਨਾ ਫਰਕ ਜ਼ਰੂਰ ਆ ਗਿਆ। ਤੁਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੋਵੇਗੀ, ਇਹ ਠੀਕ ਹੈ, ਪਰ ਤੁਹਾਡੀ ਇਸ ਨਾਕਾਮੀ ਦਾ ਨਤੀਜਾ ਕੀ ਹੋਵੇਗਾ? ਸ਼ਾਇਦ ਇਸ ਤੋਂ ਤੁਸੀਂ ਹਾਲੇ ਤੀਕ ਪੂਰੀ ਤਰ੍ਹਾਂ ਵਾਕਿਫ ਨਹੀਂ ਹੋ। ਤੁਹਾਡੇ ਜਾਣ ਤੋਂ ਬਾਅਦ ਤੀਸਰੇ ਦਿਨ ਮੈਨੂੰ CID ਵੱਲੋਂ ਉਸ ਬਾਬਤ ਇੱਕ ਹੋਰ ਰਿਪੋਰਟ ਮਿਲੀ, ਜਿਸ ਤੋਂ ਇਹ ਗੱਲ ਸਾਫ਼ ਹੋ ਗਈ ਕਿ ਲਾਹੌਰ ਜਾਣ ਤੋਂ ਪਹਿਲਾਂ ਵੀ ਯਾਨੀ ਘਰ ਵਿੱਚ ਰਹਿੰਦਿਆਂ ਵੀ ਬਾਗੀਆਂ ਨਾਲ ਉਸ ਮੁੰਡੇ ਦੇ ਤਾਲੁਕਾਤ ਸਨ, ਜਿਸ ਦਾ ਮਤਲਬ ਸਾਫ਼ ਹੈ ਕਿ ਜਾਂ ਤਾਂ ਤੁਸੀਂ ਸਭ ਕੁਝ ਜਾਣਦੇ ਹੋਏ ਉਸ ਦੀਆਂ ਹਰਕਤਾਂ ਉੱਤੇ ਪਰਦਾਨੋਸ਼ੀ ਕਰ ਰਹੇ ਹੋ, ਜਾਂ ਦੀਦਾ ਦਾਨਿਸਤਾ ਤੁਸੀਂ ਉਸ ਦੇ ਚਾਲ ਚੱਲਣ ਨੂੰ ਨਜ਼ਰ ਅੰਦਾਜ਼ ਕਰੀ ਰੱਖਿਆ। ਤੇ ਤੁਹਾਡੇ ਇਸ ਜੁਰਮ ਦਾ ਮੁਰਤਕਿਬ ਹੋਣ ਦਾ ਮਤਲਬ ਹੈ ਤੁਸੀਂ ਇੱਕ ਬਾਗੀ ਨੂੰ ਪਨਾਹ ਦਿੱਤੀ, ਤੁਸੀਂ ਉਸ ਦੀ ਮਦਦ ਕੀਤੀ, ਤੁਸੀਂ ਉਸ ਦੇ ਕਿਰਦਾਰ ਉੱਤੇ ਚਸ਼ਮਪੋਸ਼ੀ ਕੀਤੀ। ਇਹਨਾਂ ਤਿੰਨਾਂ ਜੁਰਮਾਂ ਬਦਲੇ ਤੁਹਾਡੇ ਉੱਤੇ ਯਕੀਨਨ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਫਿਰ ਮੁਸ਼ਕਿਲ ਇਹ ਹੈ ਕਿ ਇਹ ਸਾਰੀਆਂ ਹੀ ਨਾਕਾਬਲੇ ਜ਼ਮਾਨਤ ਦਫਾਵਾਂ ਹੋਣਗੀਆਂ, ਜਿਨ੍ਹਾਂ ਦੇ ਸਾਬਤ ਹੋਣ ਤੇ ਮੁਮਕਿਨ ਹੈ ਕਿ ਤੁਹਾਨੂੰ 3 ਤੋਂ ਲੈ ਕੇ 5 ਸਾਲ ਤੱਕ ਦੀ ਕੈਦ ਤੇ ਜਾਇਦਾਦ ਜ਼ਬਤੀ ਦੀ ਸਜ਼ਾ ਹੋ ਜਾਵੇ। ਅੱਗੇ ਤੁਸੀਂ ਦਾਨਾ ਹੋ, ਆਪਣਾ ਅੱਗਾ ਪਿੱਛਾ ਸੋਚ ਲਓ। ਮੰਨਦਾ ਹਾਂ ਤੇ ਹਕੂਮਤ ਨੂੰ ਵੀ ਇਸ ਗੱਲ ਦਾ ਅਹਿਸਾਸ ਹੈ ਕਿ ਤੁਸੀਂ ਜੰਗੀ ਖਿਦਮਤ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਹੈ, ਜਿਸ ਤੋਂ ਮੁਤਾਸਰ ਹੋ ਕੇ ਹਿਜ਼ ਆਨਰ ਗਵਰਨਰ ਨੇ ਤੁਹਾਨੂੰ ਕਾਫੀ ਸਾਰੀ ਜਗੀਰ ਅਦਾ ਕਰਨ ਦੀ ਸਿਫਾਰਿਸ਼ ਕੀਤੀ ਹੈ। ਪਰ ਤੁਹਾਡੀ ਬਦਕਿਸਮਤੀ ਕਿ ਲੜਕੇ ਨੇ ਤੁਹਾਡਾ ਸਾਰਾ ਕ੍ਰੈਡਿਟ ਤਬਾਹ ਕਰ ਦਿੱਤਾ। ਬਾਬਾ ਜੀ ਨੇ ਅਧਹੋਸ਼ੀ ਜਿਹੀ ਹਾਲਤ ਵਿੱਚ ਇਹ ਵਾਕ ਸੁਣੇ। ਜਦ ਖਾਨ ਸਾਹਿਬ ਕਹਿ ਹਟੇ ਤਾਂ ਉਹ ਉਖੜੇ ਹੋਏ ਦਰਖਤ ਵਾਂਗ ਇਹ ਕਹਿੰਦੇ ਹੋਏ ਖਾਨ ਸਾਹਿਬ ਦੇ ਪੈਰਾਂ ਤੇ ਢਹਿ ਪਏ, ਬੇਸ਼ੱਕ ਮੈਂ ਖਤਾਵਾਰ ਹਾਂ ਹਜ਼ੂਰ ਕਿ ਅੱਜ ਤੀਕ ਇਸ ਬੰਨਿਓ ਬੇਖਬਰ ਰਿਹਾ, ਪਰ ਮੇਰਾ ਗੁਰੂ ਪਰਮਾਤਮਾ ਜਾਣਦਾ ਹੈ ਜੇ ਇਸ ਤੋਂ ਪਹਿਲਾਂ ਮੈਨੂੰ ਉਸ ਦੀਆਂ ਬਦਜ਼ਾਤੀਆਂ ਬਾਰੇ ਕੁਝ ਵੀ ਪਤਾ ਲੱਗਾ ਹੋਵੇ, ਜਿਸ ਤਰ੍ਹਾਂ ਵੀ ਹੋ ਸਕੇ ਮੇਰੀ ਜਾਨ ਬਖਸ਼ੀ ਕੀਤੀ ਜਾਵੇ। ਮੈਂ ਭਾਵੇਂ ਖੁਦ ਹੀ ਇਸ ਹਾਲਤ ਵਿੱਚ ਜਿਉਣਾ ਨਹੀਂ ਚਾਹੁੰਦਾ। ਸ਼ਾਇਦ ਹੁਣ ਤੀਕ ਤੁਸੀਂ ਮੇਰੀ ਮੌਤ ਦੀ ਖਬਰ ਵੀ ਸੁਣ ਚੁੱਕੇ ਹੁੰਦੇ, ਪਰ ਕੀ ਕਰਾਂ, ਮੇਰੀ ਇੱਕੋ ਇੱਕ ਲੜਕੀ ਹੈ ਜਿਹੜੀ ਅਕਸਰ ਬਿਮਾਰ ਰਹਿੰਦੀ ਹੈ। ਮੇਰੀ ਮੌਤ ਤੋਂ ਬਾਅਦ ਉਸ ਦਾ ਕੀ ਬਣੇਗਾ, ਇਹੋ ਚਿੰਤਾ ਮੈਨੂੰ ਮਰਨ ਤੋਂ ਰੋਕ ਰਹੀ ਹੈ, ਵਰਨਾ ਇਤਨਾ ਭਾਰੀ ਸਦਮਾ ਮੈਂ ਸਹਾਰ ਨਾ ਸਕਦਾ। ਸੋ ਹੋਰ ਨਹੀਂ ਤਾਂ ਮੇਰੀ ਬੱਚੀ ਦੀ ਖਾਤਰ ਹਜ਼ੂਰ ਮੇਰੇ ਬਚਾਓ ਦੀ ਕੋਈ ਸੂਰਤ ਦੱਸਣ। ਬਾਬਾ ਜੀ ਦੇ ਇਸ ਬਿਆਨ ਵੱਲੋਂ ਖਾਨ ਸਾਹਿਬ ਬੇਧਿਆਨੇ ਰਹਿੰਦੇ ਹੋਏ ਹੇਠਲੇ ਬੁੱਲ ਦੰਦਾਂ ਵਿੱਚ ਲਈ ਕਿਸੇ ਡੂੰਘੀ ਸੋਚ ਵਿੱਚ ਡੁੱਬੇ ਤੇ ਬਾਬਾ ਜੀ ਦੇ ਰੁਕਦਿਆਂ ਹੀ ਬੋਲੇ, ਮਾਮਲਾ ਇੱਥੋਂ ਤੱਕ ਹੀ ਬੇਟਬ ਨਹੀਂ ਬਾਬਾ ਜੀ। ਮਾਫ ਕਰਨਾ, ਮੈਨੂੰ ਤੁਹਾਡੀ ਨਾ ਆਕਬਤ ਅੰਦੇਸ਼ੀ ਉੱਤੇ ਹੈਰਾਨੀ ਹੁੰਦੀ ਹੈ ਕਿ ਇਸ ਕਦਰ ਤੁਸੀਂ ਅਵੇਸਲੇ ਟਿਕੇ ਰਹੋ। ਇੱਕ ਰਾਜ਼ ਦੀ ਗੱਲ ਦੱਸਣ ਲੱਗਾ ਜੇ ਤੁਹਾਨੂੰ। ਮੇਰੇ ਕੋਲ ਇਸ ਗੱਲ ਦਾ ਕਾਫੀ ਸਬੂਤ ਮੌਜੂਦ ਹੈ ਕਿ ਤੁਹਾਡੀ ਲੜਕੀ ਵੀ ਇਸ ਮਾਮਲੇ 'ਚ ਸ਼ਰੀਕ ਹੈ। ਕੀ ਫਰਮਾਇਆ ਜੀ? ਮੇਰੀ ਲੜਕੀ? ਬਾਬਾ ਜੀ ਨੇ ਇਹ ਸਵਾਲ ਇੰਜ ਕੀਤਾ ਜਿਵੇਂ ਇਸ 3 ਅੱਖਰੇ ਸ਼ਬਦ ਨੇ ਉਹਨਾਂ ਦੇ ਸੀਨੇ ਵਿੱਚ 3 ਛੁਰੀਆਂ ਖੋਭ ਦਿੱਤੀਆਂ ਹੋਣ। ਜੀ ਹਾਂ, ਖਾਨ ਸਾਹਿਬ ਉਸੇ ਐਂਠ ਵਿੱਚ ਬੋਲੇ। ਜਿੰਨਾ ਕੁਝ ਹੁਣ ਤੀਕ CID ਦੀ ਜਾਣਕਾਰੀ ਵਿੱਚ ਆ ਚੁੱਕਾ ਹੈ, ਉਸ ਤੋਂ ਲੜਕੀ ਦੀ ਕਿਸੇ ਸਾਜ਼ਿਸ਼ ਵਿੱਚ ਸ਼ਮੂਲੀਅਤ ਤਾਂ ਨਹੀਂ ਸਾਬਤ ਹੁੰਦੀ,
ਪਰ ਇਹ ਗੱਲ ਪੂਰੇ ਤੌਰ ਤੇ ਸਾਬਤ ਹੋ ਚੁੱਕੀ ਹੈ ਕਿ ਉਹ ਇਸ ਮਾਮਲੇ ਵਿੱਚ ਆਪਣੇ ਭਰਾ ਦੀ ਹਮਰਾਜ਼ ਹੈ। ਉਸ ਦੀਆਂ ਕੁਝ ਚਿੱਠੀਆਂ ਦੇ ਫੋਟੋ ਵੀ ਮੈਨੂੰ ਭੇਜੇ ਗਏ ਨੇ, ਵੇਖਣਾ ਚਾਹੁੰਦੇ ਹੋ? ਲੜਕੀ ਦਾ ਜ਼ਿਕਰ ਸੁਣ ਕੇ ਬਾਬਾ ਜੀ ਦੀ ਰਹਿੰਦੀ ਖੁੰਦੀ ਸੱਤਿਆ ਵੀ ਜਾਂਦੀ ਰਹੀ, ਇੱਥੋਂ ਤੱਕ ਕਿ ਜਵਾਬ ਵਿੱਚ ਕੁਝ ਬੋਲਣ ਜੋਗੀ ਆਂਗਸ ਵੀ ਉਹਨਾਂ ਦੀ ਜ਼ਬਾਨ ਵਿੱਚ ਨਹੀਂ ਸੀ ਰਹਿ ਗਈ। ਉਹਨਾਂ ਦੇ ਸਿਰ ਨੂੰ ਸਖਤ ਘੁਮਾਟਣੀਆਂ ਆ ਰਹੀਆਂ ਸਨ। ਉਹਨਾਂ ਦੀ ਹਾਲਤ ਨੂੰ ਮਹਿਸੂਸ ਕਰਦਿਆਂ ਖਾਨ ਸਾਹਿਬ ਨੇ ਆਪਣੇ ਰਵੱਈਏ ਵਿੱਚ ਉਸੇ ਕਿਸਮ ਦੀ ਨਰਮੀ ਲਿਆਂਦੀ ਜਿਹੋ ਜੀ ਚੂਹੇ ਨੂੰ ਮਾਰਨ ਤੋਂ ਪਹਿਲਾਂ ਬਿੱਲੀ ਲਿਆਉਂਦੀ ਹੈ। ਜ਼ਾਤੀ ਤੌਰ ਤੇ ਮੇਰੀ ਹਮਦਰਦੀ ਹੈ ਬਾਬਾ ਜੀ ਤੁਹਾਡੇ ਨਾਲ। ਤੁਸੀਂ ਸਾਡੇ ਜ਼ਿਲ੍ਹੇ ਦੀ ਨਾ ਸਿਰਫ ਇੱਕ ਬਾਇਜ਼ਤ ਸ਼ਖਸੀਅਤ ਹੋ ਬਲਕਿ ਹਕੂਮਤ ਦੇ ਵਫਾਦਾਰਾਂ ਵਿੱਚੋਂ ਵੀ ਹੋ। ਪਰ ਤੁਸੀਂ ਜਾਣਦੇ ਹੋ ਕਿ ਕਾਨੂੰਨ ਨੇ ਤਾਂ ਹਰ ਹਾਲਤ ਵਿੱਚ ਆਪਣਾ ਰੋਲ ਅਦਾ ਕਰਨਾ ਹੈ। ਪਰ ਫਿਰ ਵੀ ਇਸ ਗੱਲ ਦਾ ਤੁਸੀਂ ਇਤਮੀਨਾਨ ਰੱਖੋ ਕਿ ਹਸੁਲ ਵਸਾ ਤੁਹਾਡੀ ਲੜਕੀ ਉੱਤੇ ਮੈਂ ਹਰਫ ਨਹੀਂ ਆਉਣ ਦਿਆਂਗਾ। ਲੜਕੀਆਂ ਅਸਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ, ਤੁਹਾਡੀ ਕੀ ਤੇ ਮੇਰੀ ਕੀ। ਐ ਲਓ ਦੇਖੋ ਜ਼ਰਾ ਗੌਰ ਨਾਲ। ਕਹਿੰਦਿਆਂ ਖਾਨ ਸਾਹਿਬ ਨੇ ਫਾਈਲ ਵਿੱਚੋਂ ਫੋਟੋ ਦੀ ਇੱਕ ਕਾਪੀ ਕੱਢ ਕੇ ਉਸ ਨੂੰ ਫੜਾ ਦਿੱਤੀ। ਬਾਬਾ ਜੀ ਨੇ ਅੱਖਾਂ ਮਲ ਕੇ ਨਜ਼ਰ ਸਾਫ਼ ਕੀਤੀ ਤੇ ਫਿਰ ਉਹਨਾਂ ਨੇ ਡੂੰਘੀ ਨੀਝ ਨਾਲ ਫੋਟੋ ਨੂੰ ਵੇਖਣਾ ਸ਼ੁਰੂ ਕੀਤਾ। ਕਿਉਂ? ਖਾਨ ਸਾਹਿਬ ਨੇ ਜੇਤੂ ਲਹਿਜੇ ਵਿੱਚ ਪੁੱਛਿਆ। ਤੁਹਾਡੀ ਹੀ ਲੜਕੀ ਦੀ ਹੈਂਡਰਾਈਟਿੰਗ ਹੈ ਜਾਂ ਕਿਸੇ ਹੋਰ ਦੀ? ਬਾਬਾ ਜੀ ਬਿਨਾਂ ਜਵਾਬ ਦਿੰਦਿਆਂ ਫੋਟੋ ਵਿਚਲੀ ਚਿੱਠੀ ਦਾ ਮਜ਼ਮੂਨ ਪੜ੍ਹੀ ਜਾ ਰਹੇ ਸਨ। ਨਾਲੇ ਪਾਪਾ ਜੀ, ਇਹ ਜਾਣ ਕੇ ਤੁਹਾਨੂੰ ਖੁਸ਼ੀ ਹੋਵੇਗੀ ਕਿ ਤੁਹਾਡੀਆਂ ਚਿੱਠੀਆਂ ਦਾ ਬਾਪੂ ਜੀ ਹੋਰਾਂ ਉੱਤੇ ਬਹੁਤ ਚੰਗਾ ਅਸਰ ਹੋ ਰਿਹਾ ਹੈ। ਉਹ ਸੱਚੀ ਮੁੱਚੀ ਇਹ ਸਮਝ ਰਹੇ ਨੇ ਕਿ ਤੁਸੀਂ ਪੂਰੀ ਸਰਗਰਮੀ ਨਾਲ ਬਾਗੀਆਂ ਨੂੰ ਗ੍ਰਿਫਤਾਰ ਕਰਾਉਣ ਵਿੱਚ ਜੁਟੇ ਹੋਏ ਹੋ। ਮੈਨੂੰ ਤੁਸਾਂ ਲਿਖਿਆ ਸੀ ਕਿ ਅੱਜਕੱਲ ਤੁਸੀਂ ਪਾਰਟੀ ਲਈ ਜੁਟੇ ਹੋਏ ਹੋ। ਗੁਰੂ ਕਰੇ ਤੁਸੀਂ ਕਾਮਯਾਬ ਹੋ ਕੇ ਆਪਣੇ ਸਰਦਾਰੇ ਆਜ਼ਮ ਦੀਆਂ ਨਜ਼ਰਾਂ ਵਿੱਚ ਸੁਰਖਰੂ ਹੋਵੋ। ਬਸ ਕਿ ਹੋਰ ਦਿਖਾਵਾਂ? ਜਿਉਂ ਹੀ ਬਾਬਾ ਜੀ ਪੜ੍ਹ ਚੁੱਕੇ ਕਿ ਖਾਨ ਸਾਹਿਬ ਨੇ ਲਲਕਾਰ ਵਰਗੇ ਢੰਗ ਨਾਲ ਪੁੱਛਿਆ। ਜਵਾਬ ਵਿੱਚ ਮੂੰਹੋਂ ਕੁਝ ਬੋਲਣ ਦੇ ਥਾਂ ਬਾਬਾ ਜੀ ਖਾਨ ਸਾਹਿਬ ਦੇ ਪੈਰਾਂ ਤੇ ਉਲਰ ਗਏ। ਕੋਸ਼ਿਸ਼ ਕਰਦੇ ਹੋਏ ਵੀ ਉਹ ਮੂੰਹੋਂ ਕੁਝ ਨਾ ਬੋਲ ਸਕੇ। ਉਹਨਾਂ ਦੀਆਂ ਅੱਖਾਂ ਵਿੱਚੋਂ 2-4 ਟੇਪੇ ਡਿੱਗ ਕੇ ਖਾਨ ਸਾਹਿਬ ਦੇ ਬੁੱਟਾਂ ਤੇ ਜਾ ਪਏ। ਜਦ ਜ਼ਰਾ ਸੰਭਲੇ ਤਾਂ ਰੱਬ ਦੇ, ਗੁਰੂ ਦੇ ਤੇ ਇੱਜ਼ਤ ਦੇ ਵਾਸਤੇ ਪਾ ਕੇ ਖਾਨ ਸਾਹਿਬ ਪਾਸ ਤਾਤੀਕ ਅਰਜ਼ੋਈਆਂ ਕਰਦੇ ਚਲੇ ਗਏ। ਜਦ ਤੱਕ ਖਾਨ ਸਾਹਿਬ ਨੇ ਉਹਨਾਂ ਨੂੰ ਟੋਕ ਨਾ ਦਿੱਤਾ। ਦੇਖੋ ਜੀ, ਮੈਂ ਪਹਿਲਾਂ ਹੀ ਤੁਹਾਨੂੰ ਕਹਿ ਚੁੱਕਾ ਹਾਂ ਕਿ ਕਾਨੂੰਨ ਬੇਲਚਕ ਚੀਜ਼ ਹੈ। ਜੇ ਤੁਸੀਂ ਖਿਆਲ ਕਰਦੇ ਹੋ ਕਿ ਕਾਨੂੰਨ ਵੱਲੋਂ ਅੱਖਾਂ ਮੇਟ ਕੇ ਤੁਹਾਡੀ ਕੋਈ ਮਦਦ ਕਰਾਂ ਤਾਂ ਇਸ ਖਾਮ ਖਿਆਲੀ ਨੂੰ ਦਿਲ ਵਿੱਚੋਂ ਕੱਢ ਦਿਓ। ਮਾਮਲਾ ਜੇ ਮਾਮੂਲੀ ਕਿਸਮ ਦਾ ਹੁੰਦਾ ਤਾਂ ਮੁਮਕਿਨ ਸੀ ਕਿ ਮੈਂ ਤੁਹਾਡੇ ਲਈ ਕੁਝ ਕਰਦਾ, ਪਰ ਤੁਸੀਂ ਜਾਣਦੇ ਹੋ ਇਹ ਕੇਸ ਤਾਂ ਲੋਕਲ ਨਹੀਂ ਬਲਕਿ ਪੰਜਾਬ ਗਵਰਨਮੈਂਟ ਨਾਲ ਵਾਬਸਤਾ ਹੈ ਤੇ ਫਿਰ ਹੈ ਵੀ ਇੰਡੀਆ ਸੇਫਟੀ ਐਕਟ ਵਰਗੇ ਕਾਨੂੰਨ ਦੇ ਅੰਦਰ। ਇਸ ਵਿੱਚ ਨਾ ਤਾਂ ਮੈਂ ਕੁਝ ਕਰ ਸਕਣਾ ਨਾ ਕੋਈ ਹੋਰ। ਗੁੰਜਾਇਸ਼ ਇਸ ਵਿੱਚ ਇਤਨੀ ਹੈ ਕਿ ਸਜ਼ਾ ਯਾਬ ਹੋਣ ਤੋਂ ਬਾਅਦ ਮੁਜਰਮ ਰਹਿਮ ਦੀ ਅਪੀਲ ਕਰ ਸਕਦਾ ਹੈ। ਆਪਣੇ ਵੱਲੋਂ ਜਿੰਨਾ ਕੁਝ ਮੇਰੇ ਵੱਸ ਵਿੱਚ ਸੀ ਉਸੇ ਦੀ ਬਿਨਾਂ ਉੱਤੇ ਮੈਂ ਲੜਕੇ ਨੂੰ ਹਾਜ਼ਰ ਕਰਨ ਦਾ ਤੁਹਾਨੂੰ ਸੁਝਾਅ ਦਿੱਤਾ ਸੀ, ਪਰ ਇਹ ਤੁਹਾਡੀ ਬਦਕਿਸਮਤੀ ਹੈ ਕਿ ਮੁੰਡਾ ਤੁਹਾਡੇ ਕਾਬੂ ਨਾ ਆ ਸਕਿਆ। ਮੈਂ ਤਾਂ ਖਾਨ ਸਾਹਿਬ, ਰੋਣ ਹਾਕੀ ਆਵਾਜ਼ ਵਿੱਚ ਬਾਬਾ ਜੀ ਬੋਲੇ, ਆਪਣੇ ਵੱਲੋਂ ਇੱਥੋਂ ਤੱਕ ਇਰਾਦਾ ਕਰਕੇ ਨਿਕਲਿਆ ਸਾਂ ਕਿ ਇੱਕ ਵਾਰ ਕਿਸੇ ਤਰ੍ਹਾਂ ਉਹ ਬਦਜ਼ਾਤ ਮੈਨੂੰ ਦਿਖ ਪਵੇ। ਫਿਰ ਜੇ ਮਰਜ਼ੀ ਨਾਲ ਨਾ ਵੀ ਮੰਨਿਆ ਤਾਂ ਪੁਲਿਸ ਦੀ ਮਦਦ ਨਾਲ ਗ੍ਰਿਫਤਾਰ ਕਰਵਾ ਦੇਵਾਂਗਾ ਉਸ ਨੂੰ। ਪਰ ਜਨਾਬ ਨੇ ਵਜ੍ਹਾ ਫਰਮਾਇਆ ਕਿ ਬਦਕਿਸਮਤੀ ਹੱਥ ਧੋ ਕੇ ਮੇਰੇ ਮਗਰ ਪਈ ਹੋਈ ਸੀ। ਰੱਬ ਦੇ ਵਾਸਤੇ ਖਾਨ ਸਾਹਿਬ, ਮੈਨੂੰ ਦੱਸੋ ਮੈਂ ਕੀ ਕਰਾਂ? ਕੋਈ ਵੀ ਤਰੀਕਾ ਮੇਰੇ ਲਈ ਵਰਤੋ, ਨਹੀਂ ਤਾਂ ਮੈਂ ਬਰਬਾਦ ਹੋ ਜਾਵਾਂਗਾ। ਖਾਨ ਸਾਹਿਬ, ਮੇਰੇ ਬਾਪ ਦਾਦੇ ਦਾ ਨਾਮ ਮਿੱਟੀ ਵਿੱਚ ਰਲ ਜਾਏਗਾ। ਮੇਰੀ ਤੇ ਕਹਿੰਦੇ ਕਹਿੰਦੇ ਬਾਬਾ ਜੀ ਭੁੱਬਾਂ ਮਾਰ ਉੱਠੇ। ਖਾਨ ਸਾਹਿਬ ਬਰਾਬਰ ਸੋਚਾਂ ਦੀ ਡੂੰਘਾਈ ਵਿੱਚ ਉਤਰੇ ਹੋਏ ਸਨ। ਛੇਕੜ ਜ਼ਰਾ ਆਸ ਦਿਵਾਊ ਲਹਿਜੇ ਵਿੱਚ ਬਾਬਾ ਜੀ ਵੱਲ ਤੱਕਦੇ ਹੋਏ ਬੋਲੇ, ਮਾਮਲਾ ਪੇਚੀਦਗੀ ਅਖਤਿਆਰ ਕਰ ਚੁੱਕਾ ਹੈ। ਕੁਝ ਵੀ ਸਮਝ ਨਹੀਂ ਆ ਰਿਹਾ ਕਿ ਕਿਹੜੇ ਢੰਗ ਨਾਲ ਤੁਹਾਨੂੰ ਬਚਾਇਆ ਜਾਵੇ। ਅਲਬੱਤਾ ਇੱਕ ਤਰੀਕਾ ਮੇਰੇ ਦਿਮਾਗ ਵਿੱਚ ਆਉਂਦਾ ਹੈ ਜਿਸ ਨੂੰ ਅਮਲ ਵਿੱਚ ਲਿਆਉਣ ਨਾਲ ਤੁਹਾਡੇ ਬਚਾਓ ਦੀ ਉਮੀਦ ਕੀਤੀ ਜਾ ਸਕਦੀ ਹੈ, ਪਰ ਹੈ ਉਹ ਕਾਫੀ ਦੁਸ਼ਵਾਰ ਕੰਮ। ਫਰਮਾਓ, ਬਾਬਾ ਜੀ ਨੇ ਪਾਟਵੀਂ ਆਵਾਜ਼ ਵਿੱਚ ਕਿਹਾ। ਸਿਰ ਦੇ ਬਲ ਹੋ ਕੇ ਆਪ ਦਾ ਹੁਕਮ ਬਜਾ ਲਿਆਵਾਂਗਾ ਹਜ਼ੂਰ। ਖਾਨ ਸਾਹਿਬ ਥੋੜਾ ਚਿਰ ਖਾਮੋਸ਼ ਰਹੇ, ਜਿਵੇਂ ਗੱਲ ਨੂੰ ਮੂੰਹੋਂ ਕੱਢਣ ਤੋਂ ਪਹਿਲਾਂ ਤੋਲ ਰਹੇ ਹੋਣ। ਫਿਰ ਬੋਲੇ, ਕਰ ਸਕੋਗੇ? ਹਰਜ਼ ਕਰ ਚੁੱਕਾ ਹਾਂ ਹਜ਼ੂਰ, ਸਿਰ ਦੇ ਬਲ ਹੋ ਕੇ ਕਰਾਂਗਾ, ਅੱਗੇ ਮੇਰੀ ਕਿਸਮਤ। ਅਸਰ ਰਸੂਖ ਤੁਹਾਡਾ ਕਾਫੀ ਹੈ, ਇਹ ਮੈਂ ਜਾਣਨਾ ਵਾਂ। ਹਜ਼ੂਰ ਦੇ ਕਦਮਾਂ ਦੀ ਖੈਰਾਇਤ ਜੇਲਮ ਤੋਂ ਲੈ ਕੇ ਪੇਸ਼ਾਵਰ ਤੱਕ ਸਾਡੀ ਸਿੱਖੀ ਸੇਵਕੀ ਦਾ ਫੈਲਾਓ ਹੈ ਹਜ਼ੂਰ, ਬਲਕਿ ਕਾਬਲ ਤੱਕ। ਤਾਂ ਮੇਰਾ ਯਕੀਨ ਹੈ ਤੁਸੀਂ ਕੁਝ ਨਾ ਕੁਝ ਕਰ ਗੁਜ਼ਰੋਗੇ। ਅੱਛਾ ਇਹ ਦੱਸੋ ਕਿ ਬਾਗੀਆਂ ਬਾਰੇ ਕਿੰਨੀ ਕੁ ਜਾਣਕਾਰੀ ਰੱਖਦੇ ਹੋ? ਬਾਗੀਆਂ ਸ਼ਬਦ ਨੇ ਬਾਬਾ ਜੀ ਨੂੰ ਇੱਕ ਵਾਰ ਫੇਰ ਧਰਬੱਕਾ ਦਿੱਤਾ। ਉਹਨਾਂ ਦੇ ਡਰ ਵਿੱਚ ਹੋਰ ਵਾਧਾ ਹੋ ਗਿਆ। ਗੁਜ਼ਾਰਿਸ਼ ਕਰ ਚੁੱਕਾ ਹਜ਼ੂਰ ਕਿ ਮੈਂ ਕਦੀ ਭੁੱਲ ਕੇ ਵੀ ਅੱਜ ਤੀਕ ਕਿਸੇ ਬਾਕੀ ਦੀ ਸ਼ਕਲ ਨਹੀਂ ਵੇਖੀ। ਡਰੋ ਨਾ, ਖਾਨ ਸਾਹਿਬ ਮੁਸਕਰਾਏ, ਮੇਰਾ ਮਤਲਬ ਕੁਝ ਹੋਰ ਹੈ। ਯਾਨੀ ਜੇ ਤੁਸੀਂ ਹਿੰਮਤ ਕਰਕੇ ਆਪਣੇ ਜ਼ਿਲ੍ਹੇ ਦੇ ਕਿਸੇ ਇੱਕ ਅੱਧ ਬਾਕੀ ਨੂੰ ਗ੍ਰਿਫਤਾਰ ਕਰਵਾ ਸਕੋ ਤਾਂ ਯਕੀਨ ਤੁਹਾਡੇ ਬਚਾਓ ਦੀ ਸੂਰਤ ਨਿਕਲ ਸਕਦੀ ਹੈ।
ਇਸ ਵੇਲੇ ਪੰਜਾਬ ਗਵਰਨਮੈਂਟ ਲਈ ਇੱਕ ਬੜਾ ਹੀ ਅਹਿਮ ਸਵਾਲ ਹੈ, ਕਿਉਂਕਿ ਜਿਹੜੇ 1.5 ਕੁ ਦਰਜਨ ਬਾਗੀ ਅਜੇ ਤੱਕ ਮਫਰੂਰ ਨੇ, ਉਹਨਾਂ ਦੀਆਂ ਵਾਰਦਾਤਾਂ ਨੇ ਰਿਆਇਆ ਲਈ ਵੀ ਤੇ ਹਕੂਮਤ ਲਈ ਵੀ ਕਿਆਮਤ ਬਰਪਾ ਰੱਖੀ ਹੈ। ਇਸ ਲਈ ਹਕੂਮਤ ਵੱਲੋਂ ਸਾਰਾ ਜ਼ੋਰ ਉਹਨਾਂ ਨੂੰ ਕਾਬੂ ਕਰਨ ਲਈ ਲਾਇਆ ਜਾ ਰਿਹਾ ਹੈ। ਹਿਜ਼ ਆਨਰ ਗਵਰਨਰ ਸਾਹਿਬ ਨੇ ਹਰ ਇੱਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਇੱਥੋਂ ਤੱਕ ਅਖਤਿਆਰ ਦੇ ਰੱਖੇ ਨੇ ਕਿ ਇਸ ਕੰਮ ਵਿੱਚ ਮਦਦ ਦੇਣ ਵਾਲਿਆਂ ਨੂੰ ਮੂੰਹੋਂ ਮੰਗਿਆ ਇਨਾਮ ਦਿੱਤਾ ਜਾਵੇ। ਸੋ ਜੇ ਤੁਸੀਂ ਇੱਕ ਬਾਗੀ ਨੂੰ ਫੜਾ ਸਕੋ ਤਾਂ ਤੁਹਾਨੂੰ ਇਸ ਮੁਸੀਬਤ ਤੋਂ ਬਚਾਉਣਾ ਮੇਰੇ ਲਈ ਮੁਸ਼ਕਿਲ ਨਹੀਂ ਹੋਵੇਗਾ। ਸੁਣ ਕੇ ਬਾਬਾ ਜੀ ਸੋਚਾਂ ਵਿੱਚ ਪੈ ਗਏ। ਉਹ ਆਪਣੇ ਆਪ ਨੂੰ ਅਸਮਰੱਥ ਪਾ ਰਹੇ ਸਨ। ਆਸ਼ਾ ਦੀ ਮਾੜੀ ਜਿਹੀ ਝਲਕ ਜਿਹੜੀ ਉਹਨਾਂ ਦੇ ਚਿਹਰੇ ਤੇ ਆਈ ਸੀ ਅਲੋਪ ਹੋ ਗਈ। ਇਸ ਹਾਲਤ ਵਿੱਚ ਉਹਨਾਂ ਦੇ ਨਕਸ਼ਾਂ ਤੋਂ ਭਾਂਪ ਕੇ ਖਾਨ ਸਾਹਿਬ ਬੋਲੇ, ਮਾਯੂਸ ਹੋਣ ਵਾਲੀ ਐਸੀ ਕਿਹੜੀ ਗੱਲ ਹੈ? ਹਿੰਮਤੇ ਮਰਦ ਬਰਕਤੇ ਖੁਦਾ, ਕਮਰ ਬਸਤਾ ਹੋ ਕੇ ਲੱਗ ਪਓਗੇ ਤਾਂ ਸਾਰੀਆਂ ਮੁਸ਼ਕਿਲਾਂ ਹੱਲ ਹੋ ਜਾਣਗੀਆਂ। ਆਪਣੇ ਹੀ ਜ਼ਿਲ੍ਹੇ ਦਾ ਇੱਕ ਬਾਗੀ ਹਕੂਮਤ ਨੂੰ ਸਭ ਤੋਂ ਜ਼ਿਆਦਾ ਮਤਲੂਬ ਹੈ, ਜਿਹੜਾ ਹੈ ਸਿੱਖ। ਫਿਰ ਤੁਸੀਂ ਤਾਂ ਸਿੱਖਾਂ ਦੇ ਗੁਰੂ ਹੋ, ਤੁਸੀਂ ਇਤਨਾ ਵੀ ਨਹੀਂ ਕਰ ਸਕੋਗੇ? ਆਪਣੇ ਜ਼ਿਲ੍ਹੇ ਦਾ ਤੇ ਸਿੱਖ, ਇਹਨਾਂ ਦੋਹਾਂ ਸੰਕੇਤਾਂ ਨੂੰ ਪਾ ਕੇ ਇੱਕ ਵਾਰ ਫਿਰ ਬਾਬਾ ਜੀ ਦੀਆਂ ਅੱਖਾਂ ਅੱਗੇ ਆਸ ਦਾ ਟਿਮਕਣਾ ਲਿਸ਼ਕਿਆ। ਉਹਨਾਂ ਪੁੱਛਿਆ, ਕਿਹੜਾ ਹਜ਼ੂਰ? ਕੀ ਨਾਂ ਹੈ ਉਸਦਾ? ਡਾਕਟਰ ਮਥੁਰਾ ਸਿੰਘ। ਕਿੱਥੋਂ ਦਾ ਰਹਿਣ ਵਾਲਾ ਹੈ ਹਜ਼ੂਰ? ਢੁਡਿਆਲ ਦਾ। ਢੁਡਿਆਲ ਦਾ? ਬਾਬਾ ਜੀ ਦੀਆਂ ਅੱਖਾਂ ਮੂਹਰਲਾ ਟਿਮਕਣਾ ਜ਼ਰਾ ਹੋਰ ਸਪਸ਼ਟ ਹੋ ਗਿਆ। ਢੁਡਿਆਲ ਵਿੱਚ ਤਾਂ ਮੇਰੇ ਸਸੁਰਾਲ ਨੇ ਹਜ਼ੂਰ। ਸੱਚ? ਖਾਨ ਸਾਹਿਬ ਉਛਲ ਪਏ। ਫਿਰ ਤਾਂ ਇਹ ਕੰਮ ਤੁਸਾਂ ਲਈ ਕੁਝ ਵੀ ਮੁਸ਼ਕਿਲ ਨਹੀਂ ਹੋਵੇਗਾ। ਬਹੁਤ ਅੱਛਾ ਹਜ਼ੂਰ। ਬਾਬਾ ਜੀ ਦੀ ਆਵਾਜ਼ ਵਿੱਚ ਐਤਕਾਂ ਕੁਝ ਨਾ ਕੁਝ ਆਂਗਸ ਜਾਪਦੀ ਸੀ। ਮੈਂ ਆਪਣੇ ਵੱਲੋਂ ਸਾਰਾ ਜ਼ੋਰ ਲਾ ਦਿਆਂਗਾ ਇੱਕ ਵਾਰੀ, ਅੱਗੇ ਜੋ ਰੱਬ ਨੂੰ ਭਾਵੇ। ਇਨਸ਼ਾ ਅੱਲਾ ਤੁਸੀਂ ਕਾਮਯਾਬ ਹੋਵੋਗੇ। ਜਿਸ ਵੀ ਕਿਸਮ ਦੀ ਮਦਦ ਤੁਹਾਨੂੰ ਇਸ ਕੰਮ ਲਈ ਦਰਕਾਰ ਹੋਵੇ, ਹਕੂਮਤ ਵੱਲੋਂ ਦਿੱਤੀ ਜਾਵੇਗੀ। ਪਰ ਇੱਕ ਗੱਲ ਨਾ ਭੁੱਲਣੀ ਕਿ ਜੇ ਐਤਕਾਂ ਤੁਸੀਂ ਨਾਕਾਮ ਮੁੜੇ, ਫਿਰ ਤੁਹਾਨੂੰ ਬਚਾਉਣਾ ਮੇਰੇ ਬਸ ਦਾ ਰੋਗ ਨਹੀਂ ਹੋਵੇਗਾ। ਅੱਛਾ ਜਾਓ, ਖੁਦਾ ਤੁਹਾਡੀ ਮਦਦ ਕਰੇ। ਝੁੱਕ ਕੇ ਸਲਾਮ ਕਰਨ ਤੋਂ ਬਾਅਦ ਬਾਬਾ ਜੀ ਲੜਖੜਾਉਂਦੇ ਹੋਏ ਕਮਰੇ ਚੋਂ ਬਾਹਰ ਨਿਕਲੇ। ਕਿਤਨੀ ਭਿਆਨਕ ਅਸਹਿ ਹੋਵੇਗੀ ਉਸ ਆਦਮੀ ਦੀ ਹਾਲਤ, ਜਿਹੜਾ ਵਰਦਾਨ ਦੀ ਪ੍ਰਾਪਤੀ ਲਈ ਦੇਵਤਾ ਦੀ ਪੂਜਾ ਕਰਨ ਗਿਆ ਹੋਵੇ, ਪਰ ਮੁੜ ਆਵੇ ਸਰਾਪਾਂ ਨਾਲ ਝੋਲੀ ਭਰ ਕੇ। ਜੇਲਮ ਤੋਂ ਚੱਲ ਕੇ ਹਰਨਪੁਰ ਸਟੇਸ਼ਨ ਤੱਕ ਪਹੁੰਚਣ ਦੇ ਵਿਚਾਲੇ ਬਾਬਾ ਜੀ ਦੀ ਜੋ ਹਾਲਤ ਰਹੀ, ਇਹਦੇ ਅਸਰ ਨਾਲ ਉਹ ਸਮੁੱਚੇ ਹੀ ਜਿਵੇਂ ਹਿੰਸਾ ਦਾ ਪੁਤਲਾ ਬਣ ਗਏ। ਸਟੇਸ਼ਨ ਤੋਂ ਉਤਰ ਕੇ ਜਦੋਂ ਘਰ ਵੱਲ ਤੁਰੇ ਤਾਂ ਆਪਣੀਆਂ ਲੱਤਾਂ ਉੱਤੇ ਉਹਨਾਂ ਦਾ ਕਾਬੂ ਨਹੀਂ ਸੀ। ਬੀਰੀ, ਜਿਸ ਨੂੰ ਉਹ ਅੱਜ ਤੀਕ ਦੁੱਧ ਦੀ ਧੋਤੀ ਹੋਈ ਖਿਆਲ ਕਰੀ ਬੈਠੇ ਸਨ, ਇਸ ਹੱਦ ਤੱਕ ਮਕਾਰ ਤੇ ਪਿੱਤਰਧਰੋਹੀ ਨਿਕਲੇ। ਇਤਨੇ ਫਰੇਬ, ਇਤਨੇ ਕਪਟ, ਇਸ ਹੱਦ ਤੱਕ ਜਾਲਸਾਜ਼ੀ। ਇਹ ਕੁਝ ਕਰਨ ਦੀ ਨੀਅਤ ਨਾਲ ਇਤਨਾ ਚਿਰ ਪਹਿਲਾਂ ਹੀ ਉਸਨੇ ਆਪਣੇ ਆਪ ਨੂੰ ਬਿਮਾਰ ਜ਼ਾਹਰ ਕਰਨਾ ਸ਼ੁਰੂ ਕਰ ਦਿੱਤਾ। ਮੈਨੂੰ ਦੌਰੇ ਪੈਂਦੇ ਨੇ, ਮੈਨੂੰ ਇਹ ਹੁੰਦਾ, ਮੈਨੂੰ ਉਹ ਹੁੰਦਾ, ਤੇ ਸਾਰਾ ਪਖੰਡ ਰਚਿਆ ਉਸਨੇ ਕਾਗਜ਼ ਪੱਤਰ ਫੂਕਣ ਖਾਤਰ। ਇਹੋ ਜਿਹੀ ਪਿੱਤਰ ਸੰਤਾਨ ਨਾਲੋਂ ਤਾਂ ਬੰਦਾ ਔਂਤਰ ਹੀ ਚੰਗਾ। ਵੈਸੇ ਤਾਂ ਬਾਬਾ ਜੀ ਇਸ ਵੇਲੇ ਹੋਰ ਵੀ ਕਈ ਕਿਸਮ ਦੇ ਮਾਨਸਿਕ ਕਸ਼ਟਾਂ ਵਿੱਚ ਪਿੱਠੇ ਪਏ ਸਨ, ਪਰ ਸਟੇਸ਼ਨ ਤੋਂ ਚੱਲ ਕੇ ਘਰ ਪਹੁੰਚਣ ਤੀਕ ਛੁੱਟ ਬੀਰੀ ਨੂੰ ਉਸ ਦੇ ਕੁਕਰਮ ਦੀ ਸਜ਼ਾ ਦੇਣ ਤੋਂ ਹੋਰ ਕੋਈ ਵੀ ਖਿਆਲ ਉਹਨਾਂ ਦੇ ਦਿਮਾਗ ਵਿੱਚ ਨਹੀਂ ਸੀ। ਉਹਨਾਂ ਦੀਆਂ ਨਜ਼ਰਾਂ ਵਿੱਚ ਸਭਨਾਂ ਵਿਨਾਸ਼ਕਾਰੀਆਂ ਦਾ ਮੂਲ ਇਹੋ ਕੁੜੀ ਸੀ, ਜਿਸ ਨੂੰ ਘਰ ਜਾਂਦਿਆਂ ਹੀ ਟੁਕੜੇ ਟੁਕੜੇ ਕਰ ਦੇਣਾ ਚਾਹੁੰਦੇ ਸਨ, ਭਾਵੇਂ ਇਸ ਬਦਲੇ ਫਾਹੇ ਕਿਉਂ ਨਾ ਲੱਗਣਾ ਪਵੇ ਉਹਨਾਂ ਨੂੰ। ਜਿੰਨੇ ਕਦਮ ਉਹ ਘਰ ਵੱਲ ਤੁਰੀ ਜਾਂਦੇ, ਉਨੇ ਹੀ ਵੱਖੋ-ਵੱਖ ਕਿਸਮ ਦੇ ਵਿਚਾਰ ਬੀਰੀ ਨੂੰ ਵਿਸਾਘਾਤ ਦੀ ਸਜ਼ਾ ਦੇਣ ਬਾਰੇ ਉਹਨਾਂ ਦੇ ਅੰਦਰ ਪੈਦਾ ਹੋਈ ਜਾਂਦੇ। ਘਰ ਦੇ ਨੇੜੇ ਪਹੁੰਚ ਕੇ ਤਾਂ ਉਹਨਾਂ ਦੀ ਹਾਲਤ ਅਸਲੋਂ ਹੀ ਪਾਗਲਾਂ ਵਰਗੀ ਹੋ ਉੱਠੀ। ਹਰ ਸੋਚੀ ਹੋਈ ਗੱਲ ਨਾਲੋਂ ਨਾਲ ਉਹਨਾਂ ਨੂੰ ਭੁੱਲਦੀ ਜਾਂਦੀ, ਹਰ ਭੁੱਲੀ ਹੋਈ ਗੱਲ ਉਹਨਾਂ ਦੇ ਦਿਮਾਗੀ ਤਵਾਜ਼ਨ ਨੂੰ ਉਲਾਰ ਕਰੀ ਜਾਂਦੀ ਸੀ। ਇਸ ਕੰਮ ਦਾ ਕੀ ਨਤੀਜਾ ਹੋ ਸਕਦਾ ਹੈ, ਇਸ ਕਿਸਮ ਦੀ ਚੇਤਨਾ ਉਹਨਾਂ ਅੰਦਰ ਬਾਕੀ ਨਹੀਂ ਸੀ ਰਹਿ ਗਈ। ਭੁੱਲੀਆਂ ਵਿਸਰੀਆਂ ਅਨੇਕ ਗੱਲਾਂ ਉਹਨਾਂ ਦੇ ਅੰਦਰ ਉੱਭਰਦੀਆਂ ਜਾ ਰਹੀਆਂ ਸਨ। ਹੇ ਵਾਹਿਗੁਰੂ, ਕਿਉਂ ਮੇਰੀ ਅਕਲ ਮਾਰੀ ਗਈ? ਕਿਉਂ ਨਾ ਮੈਂ ਉਦੋਂ ਹੀ ਉਸ ਨੀਚਣੀ ਦੇ ਇਰਾਦਿਆਂ ਨੂੰ ਸਮਝਿਆ ਜਿਸ ਦਿਨ ਉਹਨਾਂ ਬਾਕੀਆਂ ਦੀ ਇੱਕ ਕਵਿਤਾ ਪੜ੍ਹਦੀ ਨੂੰ ਤੱਕਿਆ ਸੀ? ਕਿਉਂ ਨਾ ਉਦੋਂ ਹੀ ਮੈਨੂੰ ਸਮਝ ਆਈ ਕਿ ਜਦੋਂ ਕਿਸੇ ਬਾਕੀ ਦਾ ਜ਼ਿਕਰ ਜਾਂ ਭਰਤੀ ਵਗੈਰਾ ਦੀ ਕੋਈ ਗੱਲ ਮੇਰੇ ਮੂੰਹੋਂ ਸੁਣ ਕੇ ਉਹ ਉਂਗਲਾਂ ਮਰੋੜਨ ਤੇ ਲਾਲੀਆਂ ਤਾੜਨ ਲੱਗ ਪੈਂਦੀ ਸੀ। ਬਾਬਾ ਜੀ ਦੀਆਂ ਨਜ਼ਰਾਂ ਵਿੱਚ ਭਾਵੇਂ ਦੋਵੇਂ ਹੀ ਭੈਣ ਭਰਾ ਕਸੂਰਵਾਰ ਸਨ, ਬਲਕਿ ਸੁਦਰਸ਼ਨ ਨੂੰ ਉਹ ਬੀਰੀ ਨਾਲੋਂ ਵੀ ਕਿਤੇ ਵੱਧ ਦੋਸ਼ੀ ਖਿਆਲ ਕਰਦੇ ਸਨ, ਪਰ ਇਸ ਵੇਲੇ ਤਾਂ ਛੁੱਟ ਬੀਰੀ ਤੋਂ ਹੋਰ ਕੁਝ ਵੀ ਸੋਚਣ ਦੀ ਉਹਨਾਂ ਨੂੰ ਵੇਲ ਨਹੀਂ ਸੀ। ਸੋਢੀਆਂ ਦੀ ਹਵੇਲੀ ਦਿਖਾਈ ਦਿੱਤੀ ਤੇ ਫਿਰ ਉਹਨਾਂ ਨੇ ਆਪਣੇ ਆਪ ਨੂੰ ਉਸ ਅੰਦਰ ਦਾਖਲ ਹੁੰਦਿਆਂ ਮਹਿਸੂਸ ਕੀਤਾ। ਵਿਹੜੇ ਵਿੱਚ ਬੀਰੀ ਨਹੀਂ ਸੀ। ਉਹ ਉਵੇਂ ਹੀ ਭਖੇ ਤਵੇ ਰਵਾਂ ਰਵੀ ਪੌੜੀਆਂ ਚੜ੍ਹ ਗਏ, ਇਹ ਸੋਚ ਕੇ ਕਿ ਬੀਰੀ ਉੱਪਰ ਹੋਵੇਗੀ, ਪਰ ਉੱਪਰ ਜਾ ਕੇ ਵੀ ਬੀਰੀ ਉਹਨਾਂ ਨੂੰ ਨਹੀਂ ਦਿਸੀ। ਤਾਂ ਥੱਲੇ ਹੀ ਬੂਹਾ ਬੰਦ ਕਰਕੇ ਅੰਦਰ ਲੰਮੀ ਪਈ ਹੋਵੇਗੀ, ਇਹ ਖਿਆਲ ਕਰਕੇ ਉਹ ਪੌੜੀਆਂ ਉਤਰ ਲੱਗੇ। ਪੌੜੀਆਂ ਅਜੇ ਅੱਧੀਆਂ ਹੀ ਉਤਰੇ ਸਨ ਕਿ ਬਾਪੂ ਜੀ ਆ ਕਹਿੰਦੀ ਹੋਈ ਬੀਰੀ ਉਹਨਾਂ ਨੂੰ ਉੱਪਰ ਚੜ੍ਹਦੀ ਦਿਖਾਈ ਦਿੱਤੀ।
ਦੋਹਾਂ ਦਾ ਮੇਲ ਐਨ ਪੌੜੀਆਂ ਦੇ ਵਿਚਕਾਰੇ ਕਰਕੇ ਹੋਇਆ। ਬੀਰੀ ਦਾ ਅੱਧਾ ਕੁ ਵਾਕ ਅਜੇ ਉਸਦੇ ਮੂੰਹ ਵਿੱਚ ਹੀ ਸੀ ਕਿ ਬਾਬਾ ਜੀ ਦੀਆਂ ਦੋਹਾਂ ਬਾਹਾਂ ਨੇ ਪੂਰੇ ਜ਼ੋਰ ਨਾਲ ਉਸ ਉੱਤੇ ਪ੍ਰਹਾਰ ਕੀਤਾ ਤੇ ਬੀਰੀ ਦਾ ਸਰੀਰ ਖੇਨੂ ਵਾਂਗ ਪੌੜੀਆਂ ਤੋਂ ਲੁੜਕਦਾ ਹੋਇਆ ਹੇਠਲੇ ਬੂਹੇ ਵਿੱਚ ਜਾ ਪਿਆ। ਤੀਜੇ ਭਾਗ ਦਾ ਇਹ 36ਵਾਂ ਕਾਂਡ। ਕ੍ਰੋਧ ਨੂੰ ਚੰਡਾਲ ਕਿਹਾ ਜਾਂਦਾ ਹੈ, ਪਰ ਹਕੀਕਤ ਵਿੱਚ ਚੰਡਾਲ ਨਾਲੋਂ ਵੀ ਇਸ ਦਾ ਗਲਬਾ ਕਈ ਦਰਜੇ ਵੱਧ ਖਤਰਨਾਕ ਹੁੰਦਾ ਹੈ, ਜਿਸ ਦੀ ਹਾਲਤ ਵਿੱਚ ਆਦਮੀ ਇਤਨਾ ਬੇਹੋਸ਼ ਹੋ ਜਾਂਦਾ ਹੈ ਕਿ ਭੂਤ, ਵਰਤਮਾਨ ਤੇ ਭਵਿੱਖ ਤਿੰਨਾਂ ਦਾ ਹੀ ਅਹਿਸਾਸ ਉਸ ਦੇ ਅੰਦਰ ਨਹੀਂ ਰਹਿੰਦਾ। ਚੰਡਾਲ ਤੋਂ ਛੁੱਟ ਇਸ ਮਨੋਵਿਕਾਰ ਨੂੰ ਜ਼ਹਿਰ ਨਾਲ ਵੀ ਉਪਮਾ ਦਿੱਤੀ ਜਾਂਦੀ ਹੈ, ਪਰ ਠੋਸ ਕਿਸਮ ਦੇ ਜ਼ਹਿਰ ਨਾਲੋਂ ਇਸ ਦਾ ਅਸਰ ਭਿਆਨਕ ਹੁੰਦਾ ਹੈ, ਜਿਸ ਬਾਰੇ ਠੀਕ ਹੀ ਕਿਸੇ ਕਵੀ ਨੇ ਕਿਹਾ ਹੈ ਕਿ ਕਾਲਕੂਟ ਅਰ ਕ੍ਰੋਧ ਕੋ ਬੜੋ ਅੰਤਰੋ ਆਹੇ, ਕ੍ਰੋਧ ਨੀ ਜਾਸਰੇ ਕੋ ਦਹੇ, ਬਿਖ ਨਹੀਂ ਸਵਾਸੇ ਦਾਹੇ। ਅਰਥਾਤ ਜ਼ਹਿਰ ਤੇ ਕ੍ਰੋਧ ਵਿੱਚ ਵੱਡਾ ਫਰਕ ਇਹ ਹੈ ਕਿ ਜ਼ਹਿਰ ਜਿਸ ਭਾਂਡੇ ਵਿੱਚ ਪਿਆ ਹੋਵੇ ਉਸ ਨੂੰ ਨਹੀਂ ਸਾੜਦਾ, ਪਰ ਕ੍ਰੋਧ ਦਾ ਜ਼ਹਿਰ ਆਪਣੇ ਭਾਂਡੇ, ਮਨ ਤੇ ਸਰੀਰ ਨੂੰ ਵੀ ਸਾੜ ਸੁੱਟਦਾ ਹੈ। ਬਾਬਾ ਜੀ ਉੱਤੋਂ ਸ਼ਾਇਦ ਅਜੇ ਵੀ ਇਸ ਜ਼ਹਿਰ ਦਾ ਅਸਰ ਨਾ ਘਟਦਾ ਜੇ ਬੀਰੀ ਦੀ ਇਹ ਹਾਲਤ ਨਾ ਹੋ ਜਾਂਦੀ। 7-8 ਪੌੜੀਆਂ ਤੋਂ ਡਿੱਗਣ ਦਾ ਫਲ ਰੂਪ ਉਹ ਬੇਹੋਸ਼ ਹੋ ਗਈ ਤੇ ਉਸਦੇ ਸਰੀਰ ਨੂੰ ਚੁੱਕ ਕੇ ਬਾਬਾ ਜੀ ਨੇ ਅੰਦਰ ਲਿਜਾ ਕੇ ਮੰਜੇ ਤੇ ਸੁੱਟ ਦਿੱਤਾ। ਪਰ ਜਿਉਂ ਹੀ ਉਸ ਨੂੰ ਪਤਾ ਲੱਗਾ ਕਿ ਹੋਰ ਕਈ ਸੱਟਾਂ ਲੱਗਣ ਤੋਂ ਛੁੱਟ ਬੀਰੀ ਦੀ ਖੱਬੀ ਬਾਂਹ ਟੁੱਟ ਗਈ ਹੈ ਤਾਂ ਆਪਣੇ ਆਪ ਹੀ ਉਹਨਾਂ ਦਾ ਗੁੱਸਾ ਢਲਣਾ ਸ਼ੁਰੂ ਹੋ ਗਿਆ। ਨਾ ਜਾਣੀਏ ਇਹ ਵਾਤਸਲ ਦਾ ਅਸਰ ਸੀ ਜਾਂ ਬੀਰੀ ਦੀ ਹਾਲਤ ਦਾ। ਤੇ ਥੋੜੀ ਦੇਰ ਬਾਅਦ ਜਦ ਗੁੱਸੇ ਦੇ ਥਾਂ ਨੂੰ ਪਛਤਾਵੇ ਨੇ ਮਲਣਾ ਸ਼ੁਰੂ ਕਰ ਦਿੱਤਾ ਤਾਂ ਉਹ ਵਾਹੋ ਦਾ ਹੀ ਭੱਜੇ ਗਏ ਡਾਕਟਰ ਵੱਲ, ਜਿਸ ਨੂੰ ਉਹਨਾਂ ਇਹ ਦੱਸ ਕੇ ਲੈ ਆਂਦਾ ਕਿ ਕੁੜੀ ਪੌੜੀਆਂ ਤੋਂ ਡਿੱਗ ਪਈ ਹੈ। ਬੇਹੋਸ਼ੀ ਦੀ ਹਾਲਤ ਵਿੱਚ ਹੀ ਬੀਰੀ ਦੀ ਮੱਲਮ ਪੱਟੀ ਹੋਈ ਤੇ ਉਸੇ ਹਾਲਤ ਵਿੱਚ ਉਸਦੀ ਬਾਂਹ ਬੰਨੀ ਗਈ। ਡਾਕਟਰ ਨੇ ਹਦਾਇਤ ਕੀਤੀ ਕਿ ਲੜਕੀ ਨੂੰ ਘੱਟੋ ਘੱਟ 1 ਮਹੀਨਾ ਮੰਜੇ ਤੋਂ ਨਾ ਹਿੱਲਣ ਦਿੱਤਾ ਜਾਵੇ। ਦਵਾ ਦਾਰੂ ਦੇ ਅਸਰ ਨਾਲ 8-10 ਘੰਟਿਆਂ ਬਾਅਦ ਜਦ ਬੀਰੀ ਦੀ ਹੋਸ਼ ਪਰਤੀ ਤਾਂ ਉਸਨੇ ਆਪਣੇ ਕਈ ਅੰਗਾਂ ਦੁਆਲੇ ਪੱਟੀਆਂ ਦੀ ਕੱਸ ਤੇ ਜ਼ਖਮਾਂ ਦੀ ਪੀੜ ਮਹਿਸੂਸ ਕੀਤੀ। ਇਸ ਤੋਂ ਝੱਟ ਹੀ ਮਗਰੋਂ ਉਸ ਨੂੰ ਸਭੋ ਕੁਝ ਯਾਦ ਆ ਗਿਆ। ਬਾਪੂ ਜੀ ਨੇ ਘਰ ਆਉਂਦਿਆਂ ਹੀ ਕਿਉਂ ਉਸ ਨਾਲ ਇਹ ਵਰਤਾਓ ਕੀਤਾ? ਇਹ ਸਵਾਲ ਉਸ ਲਈ ਕੋਈ ਗੁੰਝਲਦਾਰ ਨਹੀਂ ਸੀ। ਮਾਈ ਗੁਲਾਬ ਕੌਰ ਪਾਸੋਂ ਉਹ ਜਿੰਨਾ ਕੁਝ ਸੁਣ ਚੁੱਕੀ ਸੀ, ਉਸੇ ਦੇ ਆਧਾਰ ਤੇ ਉਸ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਹੁਣ ਜੇ ਸੁਦਰਸ਼ਨ ਦਾ ਹੀਜ ਪਿਆਜ਼ ਖੁੱਲ ਚੁੱਕਾ ਹੈ ਤਾਂ ਉਸ ਦਾ ਭੇਦ ਵੀ ਲੁਕਿਆ ਨਹੀਂ ਰਿਹਾ ਹੋਣਾ, ਤੇ ਭੇਦ ਖੁੱਲਣ ਦੇ ਗਹਿਰੀ ਨਤੀਜੇ ਤੋਂ ਉਹ ਅਣਜਾਣ ਨਹੀਂ ਸੀ। ਇਹੋ ਵਜ੍ਹਾ ਸੀ ਕਿ ਇਸ ਹੋਣੀ ਲਈ ਬੀਰੀ ਨੂੰ ਕੋਈ ਹੈਰਾਨੀ ਨਹੀਂ ਹੋਈ, ਨਾ ਹੀ ਕੋਈ ਬਹੁਤਾ ਮਾਨਸਿਕ ਕਸ਼ਟ, ਜਦ ਕਿ ਗੁਲਾਬ ਕੌਰ ਦੀ ਮੁਲਾਕਾਤ ਤੋਂ ਬਾਅਦ ਉਸ ਦਾ ਦਿਲ ਹੋਰ ਵੀ ਮਜ਼ਬੂਤ ਬਣ ਚੁੱਕਾ ਸੀ। ਉਸ ਨੂੰ ਤਾਂ ਅਜੇ ਇਦੋਂ ਵੀ ਵੱਡੀਆਂ ਮੁਸ਼ਕਲਾਂ ਨਾਲ 2-4 ਹੋਣਾ ਪੈਣਾ ਸੀ, ਪਰ ਸਭ ਤੋਂ ਵੱਡਾ ਕਸ਼ਟ ਉਸ ਨੂੰ ਇਹ ਸੀ ਕਿ ਜਿਸ ਮਤਲਬ ਲਈ ਗੁਲਾਬ ਕੌਰ ਉਸ ਪਾਸ ਆਈ ਸੀ ਤੇ ਜਿਹੜਾ ਬੀਰੀ ਨੇ ਮਾਈ ਨਾਲ ਇਕਰਾਰ ਕੀਤਾ ਸੀ, ਇਸ ਹਾਲਤ ਵਿੱਚ ਉਸ ਦੇ ਪੂਰਾ ਹੋਣ ਦੀ ਤਦ ਤੀਕ ਉਸ ਨੂੰ ਉਮੀਦ ਨਹੀਂ ਸੀ ਜਦ ਤੀਕ ਉਹ ਮੰਜਾ ਨਾ ਛੱਡ ਦੇਵੇ, ਤੇ ਮੰਜੇ ਨਾਲ ਮਹੀਨੇ ਭਰ ਦੀ ਸਾਂਝ ਰੱਖਣ ਲਈ ਡਾਕਟਰ ਚੇਤਾਵਨੀ ਕਰ ਗਿਆ ਸੀ। ਇਸ ਤੋਂ ਛੁੱਟ ਇੱਕ ਹੋਰ ਕਸ਼ਟ ਵੀ ਤਾਂ ਕੁਝ ਘੱਟ ਨਹੀਂ ਸੀ ਉਸ ਲਈ। ਪਿਓ ਧੀ ਦੇ ਵਿਚਾਲੇ ਐਡੀ ਚੌੜੀ ਖਾਈ ਪੁੱਟੀ ਜਾ ਚੁੱਕੀ ਸੀ, ਜਿਸ ਦੇ ਹੁੰਦਿਆਂ ਦੋਵੇਂ ਇੱਕ ਦੂਜੇ ਨਾਲ ਜ਼ਬਾਨ ਸਾਂਝੀ ਕਰਨ ਦੇ ਰਵਾਦਾਰ ਵੀ ਨਹੀਂ ਸਨ ਰਹੇ। ਪਿਓ ਧੀ ਦੇ ਸਾਹਮਣੇ ਜ਼ੁਬਾਨ ਖੋਲ੍ਹਦਾ ਵੀ ਤਾਂ ਉਸ ਵਿੱਚੋਂ ਬੀਰੀ ਲਈ ਛੁੱਟ ਗਾਲਾਂ ਤੇ ਬਦਅਸੀਸਾਂ ਤੋਂ ਹੋਰ ਕੁਝ ਨਹੀਂ ਸੀ ਨਿਕਲਦਾ। ਬਾਬਾ ਜੀ ਦੀ ਹਾਲਤ ਬੀਰੀ ਨਾਲੋਂ ਵੀ ਟੱਪੀ ਹੋਈ ਸੀ। ਉਹਨਾਂ ਉੱਤੇ ਉਹੀ ਦਿਲ ਤੋੜਵੀਆਂ ਪਰੇਸ਼ਾਨੀਆਂ ਮੌਤ ਬਣ ਕੇ ਮੰਡਰਾ ਰਹੀਆਂ ਸਨ, ਜਿਹੜੀਆਂ ਡੀਸੀ ਪਾਸੋਂ ਲੈ ਕੇ ਆਏ ਸਨ। ਉਸ ਉੱਤੋਂ ਇੱਕ ਹੋਰ ਬਿਪਤਾ ਆ ਬਣੀ ਬੀਰੀ ਨੂੰ ਸੰਭਾਲਣ ਦੀ, ਜਿਸ ਨੂੰ ਉਹ ਇਸ ਵੇਲੇ 7 ਜਨਮਾਂ ਦੀ ਵੈਰਨ ਸਮਝ ਰਹੇ ਸਨ। ਘਰ ਦੀ ਸਾਂਭ ਕੌਣ ਕਰੇਗਾ ਤੇ ਬੀਰੀ ਨੂੰ ਖਵਾਉਣ ਪਿਆਉਣ ਦੀ ਜ਼ਿੰਮੇਵਾਰੀ ਕੌਣ ਸਾਂਭੇਗਾ? ਬਾਬਾ ਜੀ ਨੂੰ ਤਾਂ ਚੁੱਲ੍ਹੇ ਵਿੱਚ ਅੱਗ ਬਾਲਣ ਦਾ ਵੀ ਚੱਜ ਨਹੀਂ ਸੀ। ਸਾਰੀ ਉਮਰ ਉਹਨਾਂ ਨੇ ਕਦੀ ਚੁੱਲ੍ਹੇ ਚੌਂਕੇ ਦੇ ਕੰਮ ਨੂੰ ਹੱਥ ਨਹੀਂ ਸੀ ਲਾਇਆ। ਉਹ ਤਾਂ ਵੱਧ ਤੋਂ ਵੱਧ ਦਵਾ ਦਾਰੂ ਦਾ ਹੀ ਕੰਮ ਨਿਪਟਾ ਸਕਣਗੇ, ਸੋ ਵੀ ਤਾਂ ਜੇ ਉਹਨਾਂ ਨੂੰ ਘਰ ਵਿੱਚ ਰਹਿਣਾ ਮਿਲੇ। ਕਈ ਦਿਨਾਂ ਤੱਕ ਇਹੋ ਸਮੱਸਿਆ ਬਣੀ ਰਹੀ। ਗੁਆਂਢੀ ਦੀ ਮਦਦ ਨਾਲ ਕਿਸੇ ਤਰ੍ਹਾਂ 2 ਵੇਲੇ ਰੋਟੀ ਪੱਕ ਕੇ ਆ ਜਾਂਦੀ, ਜਾਂ ਬੀਰੀ ਦੀ ਖਬਰ ਸੁਰਤ ਲੈਣ ਲਈ ਦਿਨ ਵਿੱਚ ਕਈ ਵਾਰਾਂ ਮਰਦ ਤੀਵੀਆਂ ਫੇਰਾ ਮਾਰ ਜਾਂਦੇ, ਜਿਨ੍ਹਾਂ ਨੂੰ ਬਾਬਾ ਜੀ ਨੇ ਦੱਸ ਦਿੱਤਾ ਸੀ ਕਿ ਕੁੜੀ ਪੌੜੀਆਂ ਤੋਂ ਡਿੱਗ ਕੇ ਫੱਟੜ ਹੋ ਗਈ ਸੀ। ਪਰ ਇਹ ਕੰਮ ਬਹੁਤੇ ਦਿਨ ਨਾ ਚੱਲ ਸਕਿਆ। ਪਤਾ ਨਹੀਂ ਬਾਬਾ ਜੀ ਦੇ ਸੁਭਾਅ ਨੂੰ ਕੀ ਹੋ ਗਿਆ ਸੀ ਕਿ ਜਿਹੜਾ ਕੋਈ ਗਵਾਂਢੀ ਉਹਨਾਂ ਪਾਸ ਬੀਰੀ ਦੀ ਬਿਮਾਰ ਪੁਰਸੀ ਲਈ ਆਉਂਦਾ, ਉਸੇ ਨੂੰ ਠੰਡੀਆਂ ਤੱਤੀਆਂ ਸੁਣਾਉਣ ਲੱਗ ਪੈਂਦੇ। ਇਸ ਤੋਂ ਛੁੱਟ ਉਹਨਾਂ ਦੇ ਚਿਹਰੇ ਵਿੱਚ ਤੇ ਅੱਖਾਂ ਦੀ ਤੱਕਣੀ ਵਿੱਚ ਕੁਝ ਐਸਾ ਪਰਿਵਰਤਨ ਪੈਦਾ ਹੋ ਗਿਆ ਸੀ ਕਿ ਹਰ ਕਿਸੇ ਨੂੰ ਉਹਨਾਂ ਪਾਸੋਂ ਡਰ ਆਉਣ ਲੱਗਦਾ।
ਉਹਨਾਂ ਦੇ ਨਕਸ਼ਾਂ ਉੱਤੇ ਇਸ ਤਰ੍ਹਾਂ ਦੀ ਕਾਲੋ ਮਾਇਲ ਮੁਰਦਨੀ ਜਿਹੀ ਛਾ ਗਈ ਜਿਵੇਂ ਉਹ ਬਾਬਾ ਸੁਖਦੇਵ ਸਿੰਘ ਨਾਲ ਰਹਿ ਕੇ ਕੋਈ ਹਿੰਸਕ ਜੀਵ ਬਣ ਗਏ ਹੋਣ। ਉਹਨਾਂ ਦੇ ਇਸੇ ਸਰੀਰਕ ਪਰਿਵਰਤਨ ਤੇ ਕਠੋਰ ਵਰਤਾਓ ਦਾ ਨਤੀਜਾ ਇਹ ਹੋਇਆ ਕਿ ਗਵਾਂਢੀਆਂ ਨੇ ਉਹਨਾਂ ਦੇ ਘਰ ਆਉਣਾ ਜਾਣਾ ਲਗਭਗ ਬੰਦ ਹੀ ਕਰ ਦਿੱਤਾ। ਸ਼ਰਮੋ ਸ਼ਰਮੀ ਜਾਂ ਪੜੋਸ ਨਿਵਾਸੀ ਦੇ ਤੌਰ ਤੇ ਇੱਕ ਅੱਧ ਘਰ ਤੋਂ ਫੁਲਕੇ ਪੱਕ ਕੇ ਆ ਜਾਇਆ ਕਰਦੇ ਸਨ, ਪਰ ਕਦੋਂ ਤੱਕ ਇਹ ਚੱਲਦਾ ਕੋਈ ਪਤਾ ਨਹੀਂ ਸੀ। ਸਭ ਤੋਂ ਵੱਡੀ ਜਿਹੜੀ ਮੁਸੀਬਤ ਪੈਦਾ ਹੋ ਗਈ ਸੀ ਉਹ ਇਹ ਸੀ ਕਿ ਜਿਉਂ ਹੀ ਉਹ ਬੀਰੀ ਦੇ ਸਾਹਮਣੇ ਹੁੰਦੇ ਇੱਕਦਮ ਉਹਨਾਂ ਨੂੰ ਆਪਣਾ ਆਪ ਬੇਕਾਬੂ ਹੁੰਦਾ ਜਾਪਣ ਲੱਗ ਪੈਂਦਾ। ਕਈ ਵਾਰ ਤਾਂ ਇੱਥੋਂ ਤੱਕ ਉਹਨਾਂ ਦੀ ਉਤੇਜਨਾ ਵੱਧ ਜਾਂਦੀ ਕਿ ਫੱਟੜ ਦੀ ਹਾਲਤ ਵਿੱਚ ਮੰਜੇ ਤੇ ਪਈ ਬੀਰੀ ਦੀ ਹੋਂਦ ਨੂੰ ਸਹਾਰਨਾ ਵੀ ਉਹਨਾਂ ਲਈ ਦੁੱਭਰ ਹੋ ਉੱਠਦਾ। ਬੜੀ ਮੁਸ਼ਕਲ ਨਾਲ ਉਹ ਆਪਣੇ ਆਪ ਉੱਤੇ ਕਾਬੂ ਪਾ ਸਕਦੇ ਤੇ ਕਈ ਦੁਰਬਚਨ ਉਸ ਨੂੰ ਬੋਲਦੇ ਹੋਏ ਕਮਰੇ ਵਿੱਚੋਂ ਬਾਹਰ ਨਿਕਲ ਜਾਂਦੇ। ਪਹਿਲਾਂ ਇਹ ਹਾਲ ਸੀ ਕਿ ਜਦ ਕਦੇ ਬਾਬਾ ਜੀ ਘਰ ਹੁੰਦੇ ਤਾਂ ਬੱਚਿਆਂ ਨੂੰ ਝਾੜਾ ਤਬੀਤ ਕਰਾਉਣ ਲਈ ਰੋਜ਼ ਹੀ ਕੋਈ ਨਾ ਕੋਈ ਜਨਾਨੀ ਉਹਨਾਂ ਦੇ ਘਰ ਵੱਲ ਤੁਰੀ ਰਹਿੰਦੀ ਸੀ। ਪਰ ਇਸ ਘਟਨਾ ਤੋਂ ਬਾਅਦ ਜਦ ਬਾਬਾ ਜੀ ਨੇ ਕਈ ਤੀਵੀਆਂ ਨੂੰ ਬੁਰੀ ਤਰ੍ਹਾਂ ਦੁਰਕਾਰ ਕੇ ਘਰੋਂ ਭਜਾ ਦਿੱਤਾ ਤਾਂ ਡਰਦੇ ਮਾਰੇ ਉਹ ਵੀ ਆਉਣੋਂ ਹਟ ਗਈਆਂ। ਬਾਬਾ ਜੀ ਦੀ ਇਹ ਹਾਲਤ ਘਰ ਵਿੱਚ ਹੀ ਸੀਮਤ ਨਾ ਰਹਿ ਕੇ ਛੇਤੀ ਹੀ ਮਹੱਲੇ ਵਿੱਚ ਤੇ ਫੇਰ ਅਗਾਂਹ ਹੁੱਲ ਗਈ, ਜਦ ਆਮ ਲੋਕਾਂ ਨਾਲ ਵੀ ਉਹਨਾਂ ਨੇ ਕਠੋਰਤਾ ਵਰਤਣੀ ਸ਼ੁਰੂ ਕਰ ਦਿੱਤੀ। ਕਈ ਲੋਕੀ ਜਿਹੜੇ ਗੁਰੂਆਂ ਦੀ ਅੰਸ਼ ਸਮਝ ਕੇ ਅਜੇ ਤੱਕ ਵੀ ਉਹਨਾਂ ਦਾ ਸਤਿਕਾਰ ਕਰਦੇ ਸਨ, ਜਦ ਹੀ ਬਾਜ਼ਾਰ ਵਿੱਚੋਂ ਲੰਘਦਿਆਂ ਨੂੰ ਬਾਬਾ ਜੀ ਮੱਥਾ ਟੇਕਣਾ ਕਹਿੰਦੇ ਤਾਂ ਪਹਿਲਾਂ ਵਾਂਗ ਅਸੀਸ ਦੇਣ ਦੀ ਥਾਂ ਉਹ ਇੰਜ ਤਿਉੜੀ ਚੜਾ ਕੇ ਲੰਘ ਜਾਂਦੇ ਜਿਵੇਂ ਕਿਸੇ ਨੇ ਉਹਨਾਂ ਨੂੰ ਗਾਲ ਕੱਢੀ ਹੋਵੇ, ਜਿਸ ਦਾ ਨਤੀਜਾ ਇਹ ਹੋਇਆ ਕਿ ਇਹੋ ਜਿਹੇ ਮੱਥਾ ਟੇਕੂ ਵੀ ਉਹਨਾਂ ਨੂੰ ਤੱਕ ਕੇ ਰਾਹ ਵਲਾ ਜਾਂਦੇ। ਦਿਮਾਗੀ ਸੰਤੁਲਨ ਉਹਨਾਂ ਦਾ ਦਿਨੋ ਦਿਨ ਵਿਗੜਦਾ ਜਾ ਰਿਹਾ ਸੀ। ਅੰਦਰਲੀ ਕਸ਼ਮਕਸ਼ ਉਹਨਾਂ ਨੂੰ ਹਰ ਵੇਲੇ ਅੱਗ ਲਾਈ ਰੱਖਦੀ। ਖਾਨ ਸਾਹਿਬ ਪਾਸ ਉਹ ਜਿਸ ਕੰਮ ਦੇ ਕਰਨ ਲਈ ਵਾਅਦਾ ਕਰ ਆਏ ਸਨ ਉਸ ਦਾ ਅਜੇ ਸ਼੍ਰੀ ਗਣੇਸ਼ ਵੀ ਨਹੀਂ ਸੀ ਹੋ ਸਕਿਆ। ਸੰਭਵ ਸੀ ਕਿ ਹੁਣ ਤੀਕ ਉਹ ਚਲੇ ਹੀ ਗਏ ਹੁੰਦੇ ਢੁਢਿਆਲ ਵੱਲ, ਪਰ ਇੱਧਰ ਕੁੜੀ ਦੇ ਤੰਦਰੁਸਤ ਹੋਣ ਵਿੱਚ ਚੋਖਾ ਚਿਰ ਲੱਗਣਾ ਸੀ। ਅਜੇ ਤਾਂ ਉਸਦੇ ਜ਼ਖਮ ਵੀ ਪੂਰੀ ਤਰ੍ਹਾਂ ਨਹੀਂ ਸਨ ਭਰੇ, ਹੱਡੀ ਜੋੜਨ ਦਾ ਕੰਮ ਤਾਂ ਇੰਨੇ ਚਿਰ ਵਿੱਚ ਕੀ ਹੋਣਾ ਸੀ। ਅਕਸਰ ਉਹਨਾਂ ਦੇ ਅੰਦਰੋਂ ਵੀ ਕਾਮਨਾ ਉੱਠਦੀ, ਰੱਬ ਕਰੇ ਇਹ ਕੁੜੀ ਮਰ ਹੀ ਜਾਏ। ਕਦੀ ਉਹ ਬੀਰੀ ਪ੍ਰਤੀ ਗੁੱਸੇ ਨਾਲ ਇਤਨੇ ਪਾਗਲ ਹੋ ਉੱਠਦੇ ਕਿ ਉਸ ਘੜੀ ਜਾ ਕੇ ਉਸ ਦਾ ਗਲਾ ਘੁੱਟਣ ਲਈ ਉਤਾਰੂ ਹੋ ਪੈਂਦੇ। ਪਰ ਉਸ ਤੋਂ ਥੋੜੀ ਹੀ ਦੇਰ ਬਾਅਦ ਸੰਤਾਨ ਦਾ ਮੋਹ ਉਹਨਾਂ ਅੰਦਰ ਮੁਲਾਇਮੀ ਲੈ ਆਉਂਦਾ। ਬੀਰੀ ਸਾਰਾ ਦਿਨ ਮੰਜੇ ਤੇ ਪਈ ਰਹਿੰਦੀ, ਸਾਰੀ ਰਾਤ ਮੰਜੇ ਤੇ ਪਈ ਰਹਿੰਦੀ ਤੇ ਪਈ ਪਈ ਕਿੰਨਾ ਹੀ ਕੁਝ ਸੋਚਦੀ ਚਲੀ ਜਾਂਦੀ। ਮਾਈ ਗੁਲਾਬ ਕੌਰ ਦੇ ਜਾਣ ਤੋਂ ਪਹਿਲਾਂ ਜਿਹੜੀਆਂ ਕਈ ਘੰਟੇ ਉਸ ਨਾਲ ਗੱਲਾਂ ਕੀਤੀਆਂ ਸਨ, ਉਹਨਾਂ ਦਾ ਬੀਰੀ ਦੇ ਮਨ ਉੱਤੇ ਬੜਾ ਡੂੰਘਾ ਅਸਰ ਹੋਇਆ। ਅਸਰ ਤਾਂ ਆਪਣੇ ਭਰਾ ਦਾ ਵੀ ਉਸ ਉੱਤੇ ਘੱਟ ਨਹੀਂ ਸੀ, ਪਰ ਮਾਈ ਨੇ ਤਾਂ ਜਿਵੇਂ ਉਸ ਦੀ ਕਾਇਆ ਹੀ ਪਲਟ ਦਿੱਤੀ, ਜਿਸ ਦਾ ਫਲ ਰੂਪ ਉਹ ਨਾ ਕੇਵਲ ਘਰ ਛੱਡਣ ਲਈ ਹੀ ਤਤਪਰ ਹੋ ਗਈ, ਬਲਕਿ ਬਾਹਰ ਜਾ ਕੇ ਉਸਨੇ ਕੀ ਕੁਝ ਕਰਨਾ ਹੋਵੇਗਾ ਇਸ ਬਾਰੇ ਮਾਈ ਦੀ ਸਿੱਖਿਆ ਅਨੁਸਾਰ ਉਸਨੇ ਇੱਕ ਯੋਜਨਾ ਜਿਹੀ ਤਿਆਰ ਕਰ ਲਈ ਸੀ। ਪਰ ਇਤਨਾ ਕਰ ਦੇਣ ਤੇ ਵੀ ਇੱਕ ਬਹੁਤ ਭਾਰੀ ਰੁਕਾਵਟ ਉਸ ਨੂੰ ਆਪਣੇ ਰਾਹ ਵਿੱਚ ਲੱਤਾਂ ਫੈਲਾਈ ਖੜੋਤੀ ਦਿਸ ਰਹੀ ਸੀ, ਤੇ ਇਹ ਸੀ ਪਿਓ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਦੀ ਚਿੰਤਾ। ਮੇਰੇ ਚਲੇ ਜਾਣ ਤੋਂ ਬਾਅਦ ਬਾਪੂ ਜੀ ਦਾ ਕੀ ਬਣੇਗਾ? ਕੱਲਮ ਕੱਲੇ ਉਹ ਕਿਸ ਤਰ੍ਹਾਂ ਜ਼ਿੰਦਗੀ ਗੁਜ਼ਾਰਨਗੇ? ਕੌਣ 2 ਵੇਲੇ ਉਹਨਾਂ ਨੂੰ ਪਕਾ ਕੇ ਖਵਾਏਗਾ? ਕੌਣ ਕੱਪੜੇ ਧੋ ਕੇ ਦੇਗਾ? ਇਤਿਆਦ। ਪਰ ਜਦ ਉਹ ਸਮੱਸਿਆ ਨੂੰ ਦੂਜੇ ਪਹਿਲੂ ਤੋਂ ਵੇਖਦੀ ਤਾਂ ਉਸਦੇ ਮਨ ਨੂੰ ਇੱਕ ਚਲਾਊ ਜਿਹਾ ਸੰਤੋਖ ਹੁੰਦਾ। ਉਂਝ ਵੀ ਤਾਂ ਅਵੇਰੇ ਜਾਂ ਸਵੇਰੇ ਉਹਨਾਂ ਨੂੰ ਇਕੱਲਿਆਂ ਰਹਿਣਾ ਹੀ ਪੈਣਾ ਹੈ। ਸਾਰੀ ਉਮਰ ਲਈ ਮੁਟਿਆਰ ਧੀ ਨੂੰ ਗੋਡੇ ਮੁੱਢ ਥੋੜਾ ਬਿਠਾਈ ਰੱਖਣਗੇ। ਪਿਓ ਪਾਸੋਂ ਖਾਧੀ ਹੋਈ ਮਾਰ ਨੇ ਤੇ ਮਾਰ ਦਾ ਫਲ ਰੂਪ ਮੰਜੇ ਦੀ ਸਾਂਝ ਨੇ ਬੀਰੀ ਦੇ ਅੰਦਰ ਕੁਝ ਕੁ ਭੌਜਲ ਮਚਾ ਰੱਖੇ ਸਨ। ਸਰੀਰਕ ਪੀੜ ਉਸ ਨੂੰ ਇਸ ਦੇ ਟਾਕਰੇ ਤੁੱਛ ਜਾਪਦੀ ਸੀ। ਇਸ ਮਾਰ ਨੇ ਉਸ ਦੀ ਸਾਰੀ ਯੋਜਨਾ ਹੀ ਚੌੜ ਕਰ ਦਿੱਤੀ ਸੀ ਤੇ ਇਸੇ ਨੂੰ ਬੀਰੀ ਦਾ ਵੱਡਾ ਦੁੱਖ ਸੀ। ਮਾਰ ਖਾ ਕੇ ਹੀ ਜੇ ਕਦੇ ਬੀਰੀ ਦੀ ਜਾਨ ਛੁੱਟ ਜਾਂਦੀ ਤਾਂ ਸ਼ਾਇਦ ਉਸ ਦਾ ਸੰਤਾਪ ਇਸ ਹੱਦ ਤੱਕ ਬੰਨੇ ਨਾ ਤੋੜਦਾ। ਪਰ ਇਹ ਤਾਂ ਅਸਲ ਵਿੱਚ ਉਸਦੇ ਸੰਤਾਪ ਦਾ ਸ਼੍ਰੀ ਗਣੇਸ਼ ਸੀ। ਬਾਂਹ ਵੱਜਣ ਤੋਂ ਬਾਅਦ ਬਾਬਾ ਜੀ ਨੇ ਬੀਰੀ ਲਈ ਜਿਹੜਾ ਇੱਕ ਨਵਾਂ ਕਾਂਡ ਸ਼ੁਰੂ ਕਰ ਦਿੱਤਾ, ਇਹ ਇਤਨਾ ਅਮੁੱਕ ਤੇ ਨਿਰੰਤਰ ਸੀ ਕਿ ਕਿਸੇ ਵੇਲੇ ਵੀ ਉਸ ਨੂੰ ਚੈਨ ਦਾ ਸਾਹ ਲੈਣਾ ਨਾ ਮਿਲਦਾ। ਦਿਨ ਵਿੱਚ ਕਈ ਵੇਰਾਂ ਤੇ ਕਦੀ ਰਾਤੀ ਵੀ ਉੱਠ ਕੇ ਬਾਬਾ ਜੀ ਉਸਦੇ ਮੰਜੇ ਤੇ ਆ ਬੈਠਦੇ ਤੇ ਖੁੰਖਾਰ ਅੱਖਾਂ ਉਸ ਉੱਤੇ ਗੱਡੀ ਇੱਕ ਇੱਕ ਵਾਕ ਨਾਲ 4-4 ਦੁਰਬਚਨ ਬੋਲਦੇ ਹੋਏ ਉਸ ਉੱਤੇ ਸਵਾਲਾਂ ਦੀ ਬੁਛਾੜ ਕਰ ਦਿੰਦੇ, ਜਿਨ੍ਹਾਂ ਦਾ ਵਿਸ਼ਾ ਲਗਭਗ ਇੱਕੋ ਹੁੰਦਾ ਕਿ ਜੇ ਉਹ ਸੁਦਰਸ਼ਨ ਦੇ ਸਬੰਧ ਵਿੱਚ ਜਾਣਕਾਰੀ ਦੇ ਸਕੇ ਤਾਂ ਉਹ ਬੀਰੀ ਦਾ ਕਸੂਰ ਮਾਫ ਕਰ ਦੇਣਗੇ। ਪਰ ਬੀਰੀ ਇਸ ਮਾਮਲੇ ਵਿੱਚ ਲੋਹੇ ਦੇ ਚਣੇ ਬਣੀ ਰਹਿੰਦੀ। ਬਸ ਇੱਕ ਚੁੱਪ 100 ਸੁੱਖ ਵਾਲਾ ਵਰਤਾਓ, ਤੇ ਇਹ ਇੱਕ ਚੁੱਪ ਉਸ ਲਈ 100 ਸੁੱਖ ਦੀ ਬਜਾਏ ਇਕੋਤਰ 100 ਦੁੱਖ ਪੈਦਾ ਕਰੀ ਜਾ ਰਹੀ ਸੀ। ਬੀਰੀ ਦੀ ਨਾੜ ਕੰਬ ਉੱਠਦੀ ਜਦ ਇਸ ਚੁੱਪ ਦਾ ਫਲ ਅਣਗਿਣਤ ਕਿਸਮ ਦੀਆਂ ਗਾਲਾਂ ਕੱਢਦੇ ਹੋਏ ਬਾਬਾ ਜੀ ਉਸ ਦੇ ਮੰਜੇ ਤੋਂ ਉੱਠਦੇ। ਉਦੋਂ ਦੂਣੀਆਂ ਗਾਲਾਂ ਉਹ ਸੁਦਰਸ਼ਨ ਨੂੰ ਕੱਢੀ ਜਾਂਦੇ। ਬੀਰੀ ਦੇ ਫੱਟੜ ਹੋਣ ਤੋਂ ਬਾਅਦ ਦਿਨੇ ਰਾਤ ਇਹੋ ਸੰਗਰਾਮ ਘਰ ਵਿੱਚ ਮੱਚਿਆ ਰਹਿੰਦਾ। ਕਈ ਵੇਰਾਂ ਬਾਬਾ ਜੀ ਖੁਦ ਮਹਿਸੂਸ ਕਰਦੇ ਕਿ ਇਹ ਕਿਹੋ ਜਿਹੀ ਵਹਿਸ਼ਤ ਉਹਨਾਂ ਉੱਤੇ ਸਵਾਰ ਹੋਈ ਜਾ ਰਹੀ ਹੈ ਦਿਨੋ ਦਿਨ। ਖਾਸ ਕਰਕੇ ਗੁਆਂਢੀਆਂ ਨਾਲ ਕੀਤੇ ਹੋਏ ਭੈੜੇ ਵਰਤਾਓ ਤੋਂ ਬਾਅਦ ਉਹਨਾਂ ਨੂੰ ਸਖਤ ਪਛਤਾਵਾ ਹੁੰਦਾ।
ਆਪਣੇ ਆਪ ਉੱਤੇ ਇੰਨੀ ਝੁੰਝਲਾਹਟ ਹੁੰਦੀ ਕਿ ਕਈ ਵੇਰਾਂ ਕਹਿਰ ਦਰਵੇਸ਼ ਬਰਜਾਨ ਦਰਵੇਸ਼ ਵਾਲੀ ਹਾਲਤ ਤੇ ਪਹੁੰਚ ਕੇ ਆਪਣੇ ਆਪ ਨੂੰ ਚਪੇੜਾ ਮਾਰਨ ਤੇ ਸਿਰ ਦੇ ਵਾਲ ਪੁੱਟਣ ਤੱਕ ਨੌਬਤ ਪਹੁੰਚ ਜਾਂਦੀ। ਦਿਨ ਰਾਤ ਵਿੱਚ ਕਈ ਵੇਰਾਂ ਉਹਨਾਂ ਦੀ ਹਾਲਤ ਬਦਲਦੀ ਰਹਿੰਦੀ। ਕਦੀ ਕਦੀ ਤਾਂ ਇਸ ਵਿੱਚ ਇਤਨੀ ਗੜਬੜ ਪੈਦਾ ਹੋ ਜਾਂਦੀ ਕਿ ਜੋ ਜੀ ਆਉਂਦਾ ਕਰ ਗੁਜ਼ਰਦੇ, ਜੋ ਮੂੰਹ ਆਉਂਦਾ ਕਹਿ ਜਾਂਦੇ। ਪਰ ਕਿਸੇ ਵੇਲੇ ਦਿਮਾਗ ਦੀ ਮਸ਼ੀਨ ਠੀਕ ਤੌਰ ਤੇ ਚੱਲਣ ਲੱਗਦੀ। ਪਰ ਠੀਕ ਚੱਲਦੀ ਵੇਲੇ ਸਗੋਂ ਉਹਨਾਂ ਦੇ ਮਨ ਦੀ ਹਾਲਤ ਹੋਰ ਜ਼ਿਆਦਾ ਵਿਗੜਨ ਲੱਗ ਪੈਂਦੀ। ਉਹ ਸਾਰੀਆਂ ਗੱਲਾਂ ਤੇ ਕਿਰਿਆਵਾਂ ਉਹਨਾਂ ਨੂੰ ਰਵਾਉਣ ਲੱਗਦੀਆਂ ਜਿਹੜੀਆਂ ਉਹ ਕਰ ਚੁੱਕੇ ਸਨ। ਪਛਤਾਵੇ ਦਾ ਤੂਫਾਨ ਕਈ ਵੇਰਾਂ ਇੱਥੋਂ ਤੱਕ ਪ੍ਰਬਲ ਹੋ ਉੱਠਦਾ ਕਿ ਉਹ ਰਵਾਂ ਰਵੀ ਕੋਠੇ ਤੋਂ ਉਤਰ ਕੇ ਬੀਰੀ ਦੇ ਕਮਰੇ ਵੱਲ ਤੁਰ ਪੈਂਦੇ ਖਿਮਾ ਜਾਚਨਾ ਲਈ, ਪਰ ਬਾਹਰੋਂ ਹੀ ਪਰਤ ਜਾਂਦੇ। ਵੈਸੇ ਤਾਂ ਇਹ ਲੰਮੇ ਸਮੇਂ ਤੋਂ ਬੀਰੀ ਨੂੰ ਆਪਣੇ ਪਿਓ ਦੇ ਆਚਰਣ ਤੋਂ ਅਚੇਤ ਜਿਹੀ ਨਫ਼ਰਤ ਸੀ, ਪਰ ਇਹ ਹੋਰ ਉਗੜ ਆਈ ਜਦੋਂ ਗੁਲਾਬ ਕੌਰ ਪਾਸੋਂ ਉਹ ਸੁਣਿਆ ਕਿ ਪਿਓ ਆਪਣੇ ਪੁੱਤਰ ਨੂੰ ਗ੍ਰਿਫਤਾਰ ਕਰਾਉਣ ਲਈ ਭੱਜਾ ਫਿਰਦਾ ਹੈ। ਤੇ ਇਹ ਸੁਣ ਕੇ ਬੀਰੀ ਇਸ ਗੱਲ ਤੇ ਉਤਾਰੂ ਹੋ ਗਈ ਕਿ ਜਿਉਂ ਹੀ ਉਸ ਦਾ ਪਿਓ ਮੁੜੇਗਾ ਉਸ ਨੂੰ ਆੜੇ ਹੱਥੀ ਲਵੇਗੀ। ਪਰ ਆੜੇ ਹੱਥੀ ਲੈਣ ਵਾਲੀ ਕਿਰਿਆ ਜਦ ਉਲਟਾ ਬੀਰੀ ਦੇ ਹੀ ਸਰੀਰ ਉੱਤੇ ਵਰਤੀ ਗਈ ਤਾਂ ਪਿਓ ਪ੍ਰਤੀ ਨਫ਼ਰਤ ਦੀ ਮਾਤਰਾ ਉਸ ਦੇ ਅੰਦਰ ਹੋਰ ਵੀ ਵੱਧ ਗਈ। ਕਿਤਨੀ ਕਾਬਿਲੇ ਰਹਿਮ ਹਾਲਤ ਵੇਖ ਰਹੀ ਸੀ ਉਹ ਆਪਣੇ ਪਿਓ ਦੀ। ਉਧਰ ਅਨੇਕਾਂ ਪਰੇਸ਼ਾਨੀਆਂ ਦਾ ਝੱਖੜ ਬਾਬਾ ਜੀ ਦੇ ਦਿਮਾਗ ਵਿੱਚ ਝੁਲਦਾ ਰਹਿੰਦਾ। ਆਪਣੀ ਜ਼ਿੰਦਗੀ ਤੇ ਨਾਲੇ ਇੱਜ਼ਤ, ਇਹ ਦੋਵੇਂ ਚੀਜ਼ਾਂ ਪੈਰੋਂ ਪੈਰ ਉਹਨਾਂ ਨੂੰ ਖਤਰੇ ਦੀ ਖੱਡ ਵੱਲ ਲੁੜਕਦੀਆਂ ਵਿਖਾਈ ਦਿੰਦੀਆਂ। ਪਤਾ ਨਹੀਂ ਕਿਸ ਵੇਲੇ ਇਹਨਾਂ ਦੋਹਾਂ ਦੀ ਸਮਾਪਤੀ ਹੋ ਜਾਵੇ। ਇਸੇ ਸਹਿਮ ਵਿੱਚ ਉਹ ਹਰ ਵੇਲੇ ਘੁਲਦੇ ਚਲੇ ਜਾ ਰਹੇ ਸਨ, ਜਿਸ ਕਰਕੇ ਸਿਹਤ ਉਹਨਾਂ ਦੀ ਇੱਕੋ ਹਫ਼ਤੇ ਵਿੱਚ ਡਿੱਗ ਕੇ ਕਿਤੋਂ ਦੀ ਕਿਤੇ ਚਲੀ ਗਈ। ਕਿਤਨਾ ਅਨੋਖਾ ਮਜ਼ਾਕ ਸੀ ਹੋਣੀ ਦਾ। ਘਰ ਦੇ ਦੋਵੇਂ ਬਿਮਾਰ, ਗਵਾਂਢੀਆਂ ਨੇ ਉਂਝ ਹੀ ਲਗਭਗ ਸਾਂਝ ਤੋੜ ਲਈ ਸੀ, ਛੁੱਟ ਉਹੀ 2 ਵੇਲੇ ਮੰਡੇ ਪਹੁੰਚਾਉਣ ਤੋਂ। ਬਾਬਾ ਜੀ ਜਦੋਂ ਡਾਢੇ ਹੀ ਘਬਰਾ ਜਾਂਦੇ ਤਾਂ ਹੱਥ ਉਠਾ ਕੇ ਰੱਬ ਦੀ ਦਰਗਾਹ ਵਿੱਚ ਪੁਕਾਰਨ ਲੱਗਦੇ, ਹੇ ਦਾਤਾ ਹੁਣ ਮੈਨੂੰ ਚੁੱਕ ਲੈ ਇਸ ਧਰਤੀ ਤੋਂ। ਪਰ ਕੁਦਰਤ ਦੇ ਰੰਗ ਨਿਆਰੇ ਨੇ। ਦਾਤੇ ਨੂੰ ਸ਼ਾਇਦ ਹਾਲੇ ਮਨਜ਼ੂਰ ਨਹੀਂ ਸੀ ਉਹਨਾਂ ਨੂੰ ਧਰਤੀ ਤੋਂ ਚੁੱਕ ਲੈਣਾ। ਅਚਾਨਕ ਹੀ ਇੱਕ ਐਸਾ ਢੋ ਢੁੱਕ ਗਿਆ। ਕੁਦਰਤ ਦਾ ਕੋਈ ਗੁਪਤ ਹੱਥ ਐਸੇ ਢੰਗ ਨਾਲ ਅਗਾਂਹ ਵਧਿਆ ਜਿਸ ਨੇ ਭਾਵੇਂ ਚਲਾਵੇਂ ਤੌਰ ਤੇ ਸਹੀ ਬਾਬਾ ਜੀ ਦੀਆਂ ਪਰੇਸ਼ਾਨੀਆਂ ਵਿੱਚ ਕੁਝ ਨਾ ਕੁਝ ਕਮੀ ਕਰ ਦਿੱਤੀ।